सीनियर किसान नेता का कहना है कि बेशक सरकार बहाने लभ रही है किसान अंदोलन नूं खदेड़न दे लई, कदे कोरोना के नां ते, कदे सफाई के नां ते, पर वो कहंदे कि किसानां दे लई कोरोना के नालों भी जिहड़े 3 नवे खेती कानून है वो वधेरे मारू है। साफ साफ अंदाजा लगता कि जो टकैत या साडे पंजाब के लीडर साहबान सारे कह रहे थे कि जे सानू 10 साल भी बैठना पए तो असीं बैठांगे, असीं जावांगे नहीं। तो जदों यह अंदोलन शुरू होया उदों भी कोरोना की बहुत ज़्यादा दहशत सीगी, असीं घरां चों बाहर नहीं सी निकल रहे। पर जदों इन्होंने कानून बनाए असीं आपदी जथेबंदी वालों फैसला किया कि कोरोना सानू 5-4% नूं मार सकता है। ਜਿਹੜੇ ਕਾਨੂੰਨ ਲਿਆਂਦੇ खेती ਨਾਲ ਜੁੜਵੇਂ 3 ਇਹ ਸਾਨੂੰ ਟੋਟਲ खेती ਨੂੰ ਉਜਾੜਦੇ ਆ। ਟੋਟਲ ਸਾਡੇ ਕਿਸਾਨਾਂ ਦੇ ਮੌਤ ਦੇ ਵਾਰੰਟ ਹੈ। ਜਿਸ ਤਰ੍ਹਾਂ ਹੁਣ ਕਰੋਨਾ ਦੇ ਨਾਂ ਦੇ ਉੱਤੇ ਰੌਲਾ ਪਾਇਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਇਸ ਮੋਰਚੇ ਨੂੰ ਉਹਨਾਂ ਨੇ ਤਾਰ ਪੀਟੋ ਕਰਨ ਲਈ ਕਿਹੜਾ ਹੱਥ ਕੰਡਾ ਜਿਹੜਾ ਨਹੀਂ ਵਰਤਿਆ। ਸੰਘਰਸ਼ਕਾਰੀਆਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਉਹਨਾਂ ਵਿਚਕਾਰ ਇਸ ਵੇਲੇ ਜਿਹੜਾ ਡੈਡਲਾਕ ਖੜੋਤ ਬਣੀ ਹੋਈ ਹੈ, ਇਹਦੇ ਬਾਵਜੂਦ ਵੀ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਜਦੋਂ ਕਿ ਅੱਜ ਕੱਲ੍ਹ ਬਹੁਤ ਹੀ ਰਜੇਵੇਂ ਵਾਲੇ ਦਿਨ ਚੱਲ ਰਹੇ ਆ। ਏਕਾ ਤੇ ਹੌਸਲਾ ਬਰਕਰਾਰ ਹੈ। ਉਹਨੂੰ ਦੇਖ ਕੇ ਮੋਦੀ ਜੀ ਨੂੰ ਪਤਾ ਨਹੀਂ ਆਪਣੇ ਸੱਤਾਜੀਵੀ ਜਿਹਨਾਂ ਨੂੰ ਸਾਰੇ ਹੀ ਕਿਵੇਂ ਸੱਤਾ ਇਕੱਠੇ ਕਰਨ ਦੇ 24 ਘੰਟੇ ਲੱਗੇ ਹੋਏ ਆ। ਇੱਥੇ ਦਾ ਜਦੋਂ ਆਉਂਦਾ ਕੋਈ ਸਵਾਲ ਤੇ ਉਹਨਾਂ ਕੋਲ ਟਾਈਮ ਨਹੀਂ ਹੈ। ਸਾਨੂੰ ਜਿੰਨੇ ਹੁਣ ਤੱਕ ਦਿੱਲੀ ਪੌਣੇ 5 ਮਹੀਨੇ ਹੋ ਗਏ, ਇੱਕ ਵੀ ਸਾਨੂੰ ਮੌਤ ਦਿਖਾਉਣ ਕੋਰੋਨਾ ਦੇ ਨਾਲ ਕਿਸੇ ਦੀ ਵੀ ਹੋਈ ਇਥੋਂ। ਸ਼ਰਾਰਤੀ ਅਨਸਰਾਂ ਨੂੰ, ਨੌਜਵਾਨਾਂ ਨੂੰ ਭੇਜਣਾ, ਲੜਕੀਆਂ ਭੇਜਣੀਆਂ ਔਰ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ। ਤੇ ਇਸੇ ਤਰ੍ਹਾਂ ਇਹਨਾਂ ਨੇ 28 ਜਨਵਰੀ ਨੂੰ ਵੀ ਪੁਲਿਸ ਦੀ ਛਤਰਛਾਇਆ ਹੇਠ RSS ਦੇ ਗੁੰਡਿਆਂ ਨੂੰ ਭੇਜਣਾ। ਚੰਡੀਗੜ੍ਹ ਦੇ ਵਿੱਚ ਅੱਜ ਲਾਕਡਾਊਨ ਲਾਤਾ, ਦਿੱਲੀ ਚ ਲਾਤਾ, ਹੋਰ ਕਈ ਜਗ੍ਹਾ ਦੇ ਖੇਖਣ ਹੋ ਰਹੇ ਆ। ਪਰ ਇਹ ਲੋਕ ਵੀ ਦੇਖ ਰਹੇ ਆ ਕਿ ਜੇ 48 ਲੱਖ ਤੋਂ ਵੱਧ ਸਾਧੂ ਉੱਥੇ ਕੁੰਭ ਦੇ ਮੇਲੇ ਤੇ ਜਾ ਸਕਦੇ ਆ, ਤੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਪਤਾ ਹਜ਼ਾਰਾਂ ਲੋਕ ਸੰਕਰਮਿਤ ਪਾਏ ਗਏ ਆ, ਜਿਨ੍ਹਾਂ ਨੂੰ ਇਨਫੈਕਸ਼ਨ ਹੈਗੀ ਆ। ਇੱਥੇ ਕਿਸ ਤਰ੍ਹਾਂ ਇੱਕ ਆਦਮੀ ਜਿਹਦੇ ਤਿਲਕ ਲੱਗਿਆ ਹੋਇਆ ਹੈ ਉਹ ਆਉਂਦਾ ਹੈ, ਇੱਥੋਂ ਦੀ ਰੈਕੀ ਕਰਦਾ ਹੈ, ਤੇ ਉੱਥੋਂ ਜਦੋਂ ਉਹਨੂੰ ਘੱਲਿਆ ਜਾਂਦਾ ਹੈ ਤੇ ਫਿਰ ਉਹ ਦੁਬਾਰੇ ਆ ਕੇ ਜਦੋਂ ਅੱਗ ਲਾ ਰਿਹਾ ਹੈ, ਉੱਥੇ ਮਨੀ ਸੰਧੂ ਜੋ ਕਿ ਮਨਵਿੰਦਰ ਸਿੰਘ ਸੰਧੂ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ, ਜਿਨ੍ਹਾਂ ਦੀ ਝੌਂਪੜੀ ਬਿਲਕੁਲ ਲਾਗੇ ਸੀ, ਜਿਸ ਝੌਂਪੜੀ ਨੂੰ ਪਹਿਲਾਂ ਅੱਗ ਲੱਗਦੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਜਿਪਸੀ ਨੂੰ ਪਰੇ ਕਰਦੇ ਆ। ਉਹਨਾਂ ਦੀ ਮਿਸਜ ਨੇ ਮੈਨੂੰ ਦੱਸਿਆ ਔਰ ਸਾਰਿਆਂ ਨੂੰ ਦੱਸਿਆ। ਜਿਹੜਾ ਪਿਛਲੀ ਵਾਰੀ ਮੁਸਲਮਾਨਾਂ ਨੂੰ ਜਿਹੜਾ ਕਿ ਬਦਨਾਮ ਕੀਤਾ ਜਾ ਰਿਹਾ ਸੀ, ਹੁਣ ਉਹੋ ਜਿਹੀ ਗੱਲ ਕੋਈ ਨਹੀਂ ਕੀਤੀ ਜਾ ਰਹੀ ਹੈ। ਹੁਣ ਵੀ ਤੇ ਉਹੀ ਬਿਲਕੁਲ ਇੱਕ ਧਾਰਮਿਕ ਇਕੱਠ ਹੈਗਾ। 5 ਮਿੰਟਾਂ ਦੇ ਵਿੱਚ ਛਿਆਂ 'ਚ 3 ਥਾਵਾਂ ਤੇ ਅੱਗ ਲੱਗਣੀ ਕੋਈ ਕੁਦਰਤੀ ਨਹੀਂ। ਸੋ ਇਹ ਸਰਕਾਰ ਵੱਲੋਂ ਇਸ ਧਰਨੇ ਨੂੰ ਤਾਰ ਪੀਟੋ ਕਰਨ ਲਈ, ਲੋਕਾਂ ਨੂੰ ਖੰਡਾਉਣ ਲਈ ਹੁਣ ਤੱਕ ਬੜੀਆਂ ਚਾਲਾਂ ਚੱਲੀਆਂ ਗਈਆਂ ਨੇ। ਨਜ਼ਰੀਏ ਦੀ ਟੀਵੀ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। 3 ਨਵੇਂ ਖੇਤੀ ਕਾਨੂੰਨ ਅਤੇ ਘੱਟੋ ਘੱਟ ਸਹਾਇਕ ਕੀਮਤ ਰੱਦ ਕਰਾਉਣ ਦੇ ਮੁੱਦੇ ਤੇ ਜਿਹੜੀ ਚਰਚਾ ਇਸ ਵੇਲੇ ਚੱਲੀ ਹੈ ਕਿ ਉਹਦੀ ਥਾਂ ਤੇ ਕਾਨੂੰਨੀ ਗਰੰਟੀ ਕਿਉਂ ਨਾ ਦਵਾਈ ਜਾਵੇ। ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਅੰਦੋਲਨ ਹੈ, ਅੰਦੋਲਨ ਦੇ ਜੇ ਆਪਾਂ ਗੱਲਬਾਤ ਦੇ ਹਿੱਸੇ ਦੀ ਗੱਲ ਕਰਦੇ ਹਾਂ ਤਾਂ ਸੰਘਰਸ਼ਕਾਰੀਆਂ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਕਾਰ ਇਸ ਵੇਲੇ ਕੋਈ ਗੱਲਬਾਤ ਦੇ ਆਸਾਰ ਨਜ਼ਰ ਨਹੀਂ ਆ ਰਹੇ। ਇਹਨਾਂ ਦਿਨਾਂ 'ਚ ਕਣਕ ਦੀ ਵਾਢੀ ਦਾ ਮੌਸਮ ਹੈ ਤੇ ਕਿਸਾਨਾਂ ਲਈ ਇਸ ਤੋਂ ਵੱਡਾ ਰਜੇਵਾਂ ਕੋਈ ਹੋ ਨਹੀਂ ਸਕਦਾ। ਇਸ ਦੇ ਬਾਵਜੂਦ ਕਿਸਾਨ ਅੰਦੋਲਨ ਜਿਹੜਾ ਹੈਗਾ ਆਪਣੇ ਪੂਰੇ ਪੱਖੀ ਚੱਲ ਰਿਹਾ ਹੈ। ਤਾਂ ਇੱਕ ਸੀਨੀਅਰ ਕਿਸਾਨ ਨੇਤਾ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਬਹਾਨੇ ਲੱਭ ਰਹੀ ਹੈ ਕਿਸਾਨ ਅੰਦੋਲਨ ਨੂੰ ਖਦੇੜਨ ਦੇ ਲਈ, ਕਦੇ ਕੋਰੋਨਾ ਦੇ ਨਾਂ ਤੇ, ਕਦੇ ਸਫਾਈ ਦੇ ਨਾਂ ਤੇ, ਪਰ ਉਹ ਕਹਿੰਦੇ ਕਿ ਕਿਸਾਨਾਂ ਦੇ ਲਈ ਕੋਰੋਨਾ ਦੇ ਨਾਲੋਂ ਵੀ ਜਿਹੜੇ 3 ਨਵੇਂ ਖੇਤੀ ਕਾਨੂੰਨ ਹੈ ਉਹ ਵਧੇਰੇ ਮਾਰੂ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਚੈਨਲ ਤੇ ਜਿਹੜੀ ਬੇਨਤੀ ਪ੍ਰਵਾਨ ਕਰਕੇ ਸਾਡੇ ਨਾਲ ਸੀਨੀਅਰ ਕਿਸਾਨ ਨੇਤਾ ਜੁੜੇ ਹੈ, ਸਵਾਗਤ ਕਰਦਾ। ਨਾਲ ਹੀ ਦਰਸ਼ਕਾਂ ਦੇ ਧਿਆਨ 'ਚ ਵੀ ਲੈਣਾ ਚਾਹੁੰਦਾ ਕਿ ਜੇ ਮੈਂ ਕਹਾਂ ਕਿਸਾਨਾਂ ਦੀ ਮਹਾ ਪੰਚਾਇਤ ਚੈਨਲ ਤੇ ਬੁਲਾਈ ਹੈ, ਜੇ ਤੁਹਾਨੂੰ ਇਹ ਸੁਝਾਅ ਜਾਂ ਸਾਡਾ ਰੁਝੇਵਾਂ ਪਸੰਦ ਆਵੇ ਤਾਂ ਆਪਾਂ ਇਹੋ ਜਿਹੀ ਮਹਾ ਪੰਚਾਇਤ ਲਈ ਯਤਨ ਉਪਰਾਲੇ ਕਰਦੇ ਰਹਾਂਗੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਜਿਹੜੇ ਮੈਂ ਸ਼ੁਰੂ 'ਚ ਕਮੈਂਟਸ ਕੀਤੇ ਕਿ ਇਸ ਵੇਲੇ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਸੰਘਰਸ਼ਕਾਰੀਆਂ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਉਹਨਾਂ ਵਿਚਕਾਰ ਇਸ ਵੇਲੇ ਜਿਹੜਾ ਡੈਡਲਾਕ ਖੜੋਤ ਬਣੀ ਹੋਈ ਹੈ,
ਇਹਦੇ ਬਾਵਜੂਦ ਵੀ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਜਦੋਂ ਕਿ ਅੱਜ ਕੱਲ ਬਹੁਤ ਹੀ ਰਜੇਵੇਂ ਵਾਲੇ ਦਿਨ ਚੱਲ ਰਹੇ ਆ। ਪ੍ਰੋਫੈਸਰ ਮਨਜੀਤ ਸਿੰਘ ਜੀ, ਇਹ ਮੋਦੀ ਗਵਰਨਮੈਂਟ ਸਾਹਿਬ ਇੰਤਹਾ एक किस्म की जिद हैगी आ, मैं तो कहूँगा बेईमानी है कि ये इन्ने दिनों के उत्थे 5 महीने हो गए आ, किसान वीर बैठे आ। मैं 14 तरीक नूं फिर जाके आया BR अंबेडकर साहब की जिहड़ी जयंती सी 130वां जन्मदिन सी, उत्थे असीं सारे गए सी इत्थों पूरी टीम लैके। मैं देखिया कि अजे भी लोग किस उम्मीद विच किस जोश विच किवें अपने आप नूं सारे दा सारा जिहड़ा उत्थे दा हालात बदल के रखती है। तरपालां जिहड़ियां सी पॉलीथीन दियां सी उहनूं हटा के हुण नवें कपड़े उत्ते जिन्हां दे विच हवा पास हो सके, बैम्बू दे नवें नवें स्ट्रक्चर खड़े हो रहे आ। जानी इत्थों ये साफ साफ अंदाजा लगदा कि जो टकैत जां साडे पंजाब दे लीडर साहबान सारे कह रहे सीगे कि जे सानू 10 साल भी बैठना पए ते असीं बैठांगे, असीं जावांगे नहीं। इहदे बावजूद भी जद किसानां दा इन्ना वड्डा एक आपसी एका ते हौसला बरकरार है, उन्होंने देख के मोदी जी नूं पता नहीं अपने सत्ताजीवी जिहड़े सारे ही किवें सत्ता इकट्ठे करन दे 24 घंटे लगे हुए आ। इत्थे दा जदों आउंदा कोई सवाल तो उन्हां कोल टाइम नहीं है, पर ये किसान भी ये दस देणगे जिस तरह मैनूं लग रहा कि तुहानूं टाइम कढना पऊगा। हो सकदा कि जिवें पिछे जे भी होया सी कि कहिंदे सी तुसीं सानूं टाइम दो, मिनिस्टर साहबान कहिंदे सी जिस टाइम ते भी तुसीं मीटिंग बुलाओगे असीं आ जांगे। ये हालात 26 जनवरी तो पहलां वाले फिर भी बन सकते आ। जिद्दण दीआं वाढियां सागियां किसान वड्डी पद्धर ते उत्थे पहुंचे, संसद दे मार्च वाल तैयारियां हो रहीआं आ, वो असला हो जाना तो अपने आप ही होश ठिकाने आ जानी आ कि कल्ला सत्ता इकट्ठी करने लई टाइम ना कड्डो, जिथे सत्ता आई हुई है उसनूं अपने फर्ज निभाउण वाल भी ध्यान दिओ। मैं एक लास्ट गल तुहाडी सिद्धू साहब जरूर बड़ी इंपॉर्टेंट आ, वो होर टीवियां दी चर्चा ते भी हो रही है कि ये करोना दे नाम दे उत्ते किते कोई कोशिश ना कर। सानू पहले दिन तो ही चिंता हैगी आ। चंडीगढ़ दे विच अज लॉकडाउन लाता, दिल्ली च लाता, होर कई जगह दे खेखन हो रहे आ, पर ये लोग भी देख रहे आ कि जे 48 लाख तो वध साधु उत्थे कुंभ दे मेले ते जा सकते आ ते जिन्हां दे विचों तुहानूं पता हज़ारां लोकें संक्रमित पाए गए आ जिन्हां नूं इन्फैक्शन हैगी है, तो फिर तुसीं अपनियां 5 सूबियां दे विच रैलियां कर रहे हैं, रोज़ मोदी जी कर रहे, अमित शाह कर रहा, तो इत्थे किसान वीर बैठे तो उत्थे वो सारा सेंटर बन रहा है। तो वही जिहड़ा पिछली बारी मुसलमानां नूं जिहड़ा कि बदनाम किया जा रहा सी, हुण इहो जी गल कोई नहीं की जा रही है। हुण भी तो वही बिल्कुल एक धार्मिक इकट्ठ हैगा। हाँ, तो तबलीगियां नूं तुसीं इन्ना रौला पाया सी कि जिवें सारे देश दे विच उन्हां ने करोना फैलाता होवे। इस तरीके जिहड़ियां तुसीं पक्षपाती गल्लां करोगे तो वो किसान वीर देख रहे वो बर्दाश्त नहीं करनगे। थैंक यू प्रोफेसर साहब, मैं वापस आवांगा तुहाडे वल। चंडा सिंह जी, इहो सवाल मैं तुहाडे तो लैण लग्या, तुसीं भी ज़मीनी हकीकतां नाल लंबे समय तो लम्मा तुहाडा जीवन संघर्ष है किसानी अंदोलन दे लई। इस वेले जिहड़ा टकराअ दी स्थिति है, किसान अंदोलन ते सरकार बिल्कुल टोटली डेडलॉक, गलबात दा कोई असर नहीं। वाढी दा मौसम किहो जिहा हंगारा इस वेले किसानी अंदोलन नूं, चंडा सिंह जी सारे दर्शक जानना चाहणगे। हाँ जी, जिथों तक हाड़ी का पूरा सीजन है, बहुत औखे बंदे भाले सिआउंदे हाड़ी के सीजन च, इसके बावजूद जिहड़ा अंदोलन है पूरी तरह चढ़दी कला दे विच है, चढ़दी कला दे विच है। हाँ, इस असीं हाड़ी के सीजन की 21 तरीक नूं हज़ारां की गिणती च भारतीय किसान यूनियन एकता ग्राहां वल्लों टिकरी बार्डर ते पहुंच रहे हैं संयुक्त मोर्चे की अगवाई दे विच जी। उदों अगली जिहड़ी गल आ, पिछले दिनों कोई चर्चा बनी है भी करोना है, पहला वो कोई अधिकारी जाणगे, फिर कोई मंत्री जाणगे, ना होणगे तो असीं फोर्स की ताकत ते जोर उठावांगे, इथों खतरा करोना फैलण दा। देखो, जदों यह अंदोलन शुरू होया उदों भी करोना की बहुत ज़्यादा दहशत सीगी, असीं घरां चों बाहर नहीं सी निकल रहे, पर जदों इन्होंने कानून बनाए असीं आपदी जथेबंदी वालों फैसला किया कि करोना सानू 5-4% नूं मार सकता है। जिहड़े कानून लिआंदे खेती नाल जुड़वे 3 ही, ये सानू टोटल खेती नूं उजाड़दे, टोटल साडे किसानां दे मौत दे वारंट है। एडा वड्डा रिस्क लेके आए हैं असीं इत्थे पंजाब च शुरू किया, दिल्ली के बार्डर ते पहुंचे 5 महीने होण वाले है। जे करोना का कोई एडा करोप है
सानू जिन्ने हुण तक दिल्ली पौने 5 महीने हो गए, एक भी सानू मौत दिखाउण करोना दे नाल किसी दी भी होई इथों, जे हजे तक एक मौत नहीं होई, हुण एकदम एडा किद्दां आउण लग्गिआ है। जे करोना आऊगा, करोना सानू सारिआं नूं नहीं मारदा, इन्हां दे कानून सानू सारिआं नूं मारदे। इस करके असीं किसी भी हालत च इन्हां बार्डरां तो उठांगे नहीं। सरकार जिद्दी मर्जी ताकत आपदी वरत ले। जी बिल्कुल ठीक। इस मुद्दे ते मैं वापस आवांगा तुहाडे वल अगले सवाल दे उत्ते। चन्ना सिंह जी, बलदेव सिरसा जी, ਇਹੋ सवाल तुहाडे ते, तुसीं भी ਜਦੋਂ ਦਾ किसान अंदोलन है पूरी तरह जिहड़ी अगवाई कर रही लीडरशिप है ਉਹਦਾ एक हिस्सा हैगे हो। लगातार हुण सरकार वालों अपने साधना दे राहीं गल फैलाई जा रही है कि कोरोना है, महामारी है, सफाई का बयान चलाया जाएगा, बड़ा बड़ा खतरा हैगा, किसान अंदोलन नूं खदेड़िया जाएगा। ਇਹੋ ਜਿਹੇ ਜਿਹੜੇ खदशे प्रगट किए जा रहे हैं, उन्हां खदशिਆਂ बारे सिरसा जी की कहोगे? देखो सब, मैं बेनती करांगा कि सरकार वालों इस तरह ਦੀਆਂ ਜਿਹੜੀਆਂ ਚਾਲਾਂ ਨੇ, इस तरह ਦੀਆਂ ਅਫਵਾਹਾਂ ਫੈਲਾਉਣੀਆਂ, ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨੀ, ਇਹ ਕੋਈ ਪਹਿਲੀ ਵਾਰ ਨਹੀਂ। ਜਿਸ ਤਰ੍ਹਾਂ ਹੁਣ ਕਰੋਨਾ ਦੇ ਨਾਂ ਦੇ ਉੱਤੇ ਰੌਲਾ ਪਾਇਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਇਸ ਮੋਰਚੇ ਨੂੰ ਉਹਨਾਂ ਨੇ ਤਾਰ ਪੀਡੋ ਕਰਨ ਲਈ ਕਿਹੜਾ ਹੱਥ ਕੰਡਾ ਜਿਹੜਾ ਨਹੀਂ ਵਰਤਿਆ। जिस तरह के शरारती अनसरां नूं, नौजवानों नूं भेजना, लड़कियां भेजनिया, और किहड़ा किहड़ा काम है जिहड़ा नहीं कीता। ते इसे तरह इन्हां ने 28 जनवरी नूं भी पुलिस की छत्रछाया हेठ RSS के गुंडियां नूं भेजना। उस तो बाद कई इस तरह के अनसर भी आने जिहड़े साडे वल्लों फड़ के ते पुलिस नूं फड़ाए जाने, ते FIR भी थाणा कुंडली च दर्ज होनी, लिखती दरखास्तां देनियां। ते उस तो बाद जिहड़ी परसों 15 तरीक नूं तुहाडे सामने जिहड़ी अग लाई गई आ, वो भी अग लगी नहीं, वो भी अग इन्हां दे शरारती अनसरां वल्लों ही लाई गई आ, और इन्हां ने खुद लवाई आ, जिहदे बारे मैं परसों ये सारे चैनलों ते जिहड़े चैनल भी उत्थे गए ने, उन्हां सारे चैनलों नूं ये गल बड़ी विस्तारपूर्वक दसी सी कि इत्थे किस तरह एक आदमी जिहदे तिलक लग्या होया है, वो आउंदा है, इत्थों दी रैकी करदा है, ते उत्थों जदों उहनूं घल्लिया जांदा है, ते फिर वो दुबारे आके जदों अग ला रहा है, उत्थे मनी संधू जो कि मनविंदर सिंह संधू फिरोजपुर के रहने वाले ने, जिन्हां दी झोंपड़ी बिल्कुल लागे सी, जिस झोंपड़ी नूं पहलां अग लगदी आ, ते उस तो बाद वो अपनी जिप्सी नूं परे करदे आ। उन्हां दी मिसेज ने मैनू दस्सिया और सारिआं नूं दस्सिया कि किस तरीके जदों अग लाउंदा ते ओह लड़की रौला पाउंदी आ कि अग ला रहा है, और वह आदमी भज जांदा। फिर सब तो बड़े प्रूफ इस तो वध होर की हो सकते हैं कि जदों उत्ते 2-3 मिनट बाद ही मैं उत्थे पहुँच गया ते असीं अग ते काबू पा रहे हैं, ते साडे तो 100 गज की दूरी ते जदों रौला पिया अग लगन दा, ते इधर भज आए, उस तो बाद उधर अग दा रौला पै गया। सो इस तरह के फिर तीसरी थां ते फिर अग लग जानी, 5 मिनटां दे विच छां च 3 थावां ते अग लगनी, कोई कुदरती नहीं। सो इस सरकार वालों इस धरने नूं तार पीडो करन लई, लोकां नूं खंडाउण लई हुण तक बड़ियां चालां चलियां गईयां ने, पर अज तक अकाल पुरख की कृपा नाल इन्हां दी कोई भी साजिश कामयाब नहीं हुई, ते अगे भी कोई इन्हां दी साजिश इस तरह की कामयाब नहीं होएगी। ते ना किसान ਅਤੇ ਨਾ किसान आगू कोई इन्हां दियां ਇਹ ਡਰਾਵਿਆਂ ਤੋਂ, ਗਿੱਦੜ ਭਬਕੀਆਂ ਤੋਂ, ਇਹਨਾਂ ਦੇ ਕਰੋਨਾ ਤੋਂ, ਇਹਨਾਂ ਦੇ ਲਾਠੀ ਚਾਰਜ ਤੋਂ, ਇਹਨਾਂ ਦੀਆਂ ਗੋਲੀਆਂ ਤੋਂ, ਇਹਨਾਂ ਦੀਆਂ ਜੇਲ੍ਹਾਂ ਤੋਂ ਕਿਸਾਨ ਤੇ ਕਿਸਾਨ ਆਗੂ ਨਾ ਡਰਿਆ ਨਾ ਡਰਨ। जी जी सिरसा जी मेहरबानी। मैं फिर आवांगा एक होर सवाल दे नाल तुहाडे कोले। बलदेव भाई रूपा जी, जिस तरह ਦੀਆਂ परिस्थितियां सिरसा जी ते दूजे किसान आगूआं ने दसियां है, एक ये भी है कि इस वेले जिद्दां दा वाढी दा जोर है, की लगदा है कि हुण जिहड़ा हैगा, जे आपां बार्डरां दी गल करदे हां, बार्डरां ते जिहड़े किसान है उन्हां दा इकट्ठ जां जिहड़ा दबाव जां प्रभाव है अगे नालों? देखो जी, चाहे हाड़ी दा बहुत वड्डा साडा जिहड़ा इह सीजन हुंदा, पर इस दे बावजूद भी ਅਸੀਂ ਪਹਿਲਾਂ ਹੀ ਹੋਕਾ ਦਿੱਤਾ ਸੀਗਾ ਕਿ ਜਦੋਂ ਹਾੜੀ ਦੀ ਵਾਢੀ ਸ਼ੁਰੂ ਹੋ ਗਈ ਜੀ, ਸਿੱਧੂ ਸਾਹਿਬ ਜਿਹੜੇ ਸਾਡੇ ਮੋਰਚੇ ਆ ਉਹਨਾਂ ਦੀ ਕਮਾਂਡ ਸਾਡੀਆਂ ਬਹੁਤ ਸਾਰੀਆਂ ਬੀਬੀਆਂ ਆ ਕੇ ਸਾਂਭਣਗੀਆਂ। ਸੋ ਇਸ ਕਰਕੇ ਮੈਂ ਟਿਕਰੀ ਬਾਰਡਰ ਤੇ ਮੇਰੀ ਡਿਊਟੀ ਆ, ਮੈਂ ਹਮੇਸ਼ਾ ਉੱਥੇ ਹੀ ਰਹਿਣਾ। ਤੇ ਅੱਧਾ ਹਿੱਸਾ ਜਿਹੜਾ ਸਾਡੀਆਂ
ਸਤਿਕਾਰਯੋਗ ਮਾਵਾਂ ਭੈਣਾਂ ਜਿਹੜੀਆਂ ਹੈਗੀਆਂ ਉਹ ਮੋਰਚਾ ਉਹਨਾਂ ਨੇ ਮੱਲਿਆ ਹੋਇਆ। 80 ਸਾਲ ਦੀਆਂ ਮਾਤਾ ਜਿਹੜੀਆਂ ਹੱਥਾਂ ਦੇ ਵਿੱਚ ਝੰਡੇ ਫੜ ਕੇ ਜਦੋਂ ਗਰਜਵੇਂ ਨਾਅਰੇ ਲਾਉਂਦੀਆਂ ਤਾਂ ਉਹ ਮੋਦੀ ਸਰਕਾਰ ਦੇ ਜੜ੍ਹਾਂ ਦੇ ਵਿੱਚ ਤੇਲ ਪਾਉਣ ਵਾਲੀਆਂ ਜੀ। ਦੂਸਰੀ ਗੱਲ ਜਿਹੜੀ ਹੈਗੀ ਆ ਅਫਵਾਹਾਂ ਵਾਲੀ, ਅਫਵਾਹਾਂ ਇਹਨਾਂ ਨੇ ਪਹਿਲਾਂ ਵੀ ਬਥੇਰੀਆਂ ਫੈਲਾਈਆਂ ਗਈਆਂ। ਕਿਤੇ ਸਾਡੇ ਸਟੇਜ ਦੇ ਪਿਛਲੇ ਪਾਸੇ ਚੇਤਾਵਨੀ ਬੋਰਡ ਲਾ ਦਿੰਦੇ ਨੇ, ਕਿਤੇ ਸਾਡੇ ਜਿਹੜਾ ਸਟੇਜ ਆ ਉਹਦੀ ਆਵਾਜ਼ ਨਾ ਸਾਡੇ ਕਿਸਾਨਾਂ ਤੱਕ ਜਾਵੇ, ਉਹ ਪਿਛਲੇ ਆਪ ਦਾ ਸਾਊਂਡ ਲਾ ਕੇ ਵੱਡੀਆਂ ਵੱਡੀਆਂ ਆਵਾਜ਼ਾਂ ਕਰਕੇ ਛੱਡ ਦਿੰਦੇ ਨੇ। ਪਰ ਉਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਜਦੋਂ ਅਸੀਂ ਫੇਲ ਕੀਤਾ ਹੋਇਆ ਤੇ ਹੁਣ ਇਹਨਾਂ ਨੇ ਆ ਨਵਾਂ ਵੀ ਅਸੀਂ ਆਪਰੇਸ਼ਨ ਕਰਾਂਗੇ ਜੀ, ਕਲੀਨ ਆਪਰੇਸ਼ਨ ਕਰ ਦਿਆਂਗੇ ਜੀ। ਅਸੀਂ ਕਹਿੰਦੇ ਕਰੋ, ਜਿਹੜਾ ਕੁਛ ਕਰਦੇ ਹੋ ਕਲੀਨ ਕਰ ਲਓ, ਚਾਹੇ ਬਲੈਕ ਕਰ ਲਓ, ਕੀ ਕਰਦੇ ਹੋ, ਅਸੀਂ ਤੁਹਾਡਾ ਹਰੇਕ ਵਾਰ ਸਹਿਣ ਵਾਸਤੇ ਤਿਆਰ ਬੈਠੇ ਆ। ਇਹ ਮੰਨ ਕੇ ਆਏ ਸੀ, ਘਰੋਂ ਚੱਲੇ ਆ ਜਦੋਂ ਵੀ ਇਹ ਜਿਹੜੇ ਖੇਤੀ ਵਿਰੋਧੀ ਕਾਨੂੰਨ ਨੇ ਇਹ ਜਿੰਨਾ ਚਿਰ ਰੱਦ ਨਹੀਂ ਹੋਣਗੇ ਉਹਨਾਂ ਚਿਰ ਘਰ ਵਾਪਸੀ ਨਹੀਂ ਹੋਵੇਗੀ। ਸੋ ਇਸ ਇਰਾਦੇ ਦੇ ਨਾਲ, ਇਸ ਸਿਦਕ ਦੇ ਨਾਲ ਜਿਹੜਾ ਹੈਗਾ ਅਸੀਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ। ਅਸੀਂ ਬਹੁਤ ਵੱਡਾ ਇਕੱਠ ਆ ਜਿਹੜਾ ਉਹ ਫੇਰ ਕਰ ਰਹੇ ਆ। ਧੰਨੇ ਭਗਤ ਦਾ ਜਨਮ ਦਿਨ ਆ। ਸਾਥੋਂ ਇੱਧਰੋਂ ਟਿਕਰੀ ਬਾਰਡਰ ਕੰਨਿਓ ਥੋੜਾ ਜਿਹਾ ਫਰਕ ਰਹਿ ਗਿਆ ਸੀਗਾ ਕਿ 13 ਅਪ੍ਰੈਲ ਦੀ ਵਿਸਾਖੀ ਤੇ 13 ਅਪ੍ਰੈਲ ਦਾ ਜਿਹੜਾ ਜਲਿਆਂਵਾਲਾ ਬਾਗ ਦਾ ਸਾਕਾ ਸੀ, ਸ਼ਹੀਦਾਂ ਨੂੰ ਅਸੀਂ ਯਾਦ ਕਰਨਾ ਸੀ। ਜਿਸ ਢੰਗ ਦੇ ਨਾਲ ਅਸੀਂ ਉਹਨਾਂ ਨੂੰ ਯਾਦ ਕਰਨਾ ਸੀ, ਸਾਥੋਂ ਫਰਕ ਰਿਹਾ ਟਿਕਰੀ ਬਾਰਡਰ ਦੀ ਕਮੇਟੀ ਵੱਲੋਂ। ਜਿਹੜਾ ਧੰਨੇ ਭਗਤ ਦਾ ਜਨਮ ਦਿਨ ਤਾਂ ਹੈਗਾ ਹੀ ਹੈਗਾ, ਉਹਦੀ ਜਯੰਤੀ ਤਾਂ ਅਸੀਂ ਮਨਾਉਣੀ ਆ ਜੀ। ਤੇ ਨਾਲ ਦੁਬਾਰਾ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਸਾਖੀ ਦਾ ਜਿਹੜਾ ਦਿਹਾੜਾ, ਕਿਉਂਕਿ ਇਹ ਜਿਹੜੇ ਦਿਹਾੜੇ ਹੁੰਦੇ ਆ ਇਹ ਇੱਕ ਤਰੀਕ ਤੈਅ ਨਹੀਂ ਕਰਦੇ, ਇਹ ਤਾਂ ਮਤਲਬ ਸਾਰਾ ਮਹੀਨਾ ਹੀ ਹੁੰਦਾ ਗਾ ਉਹ। ਸੋ ਇਸ ਕਰਕੇ ਅਸੀਂ ਇਹ ਵੀ ਐਲਾਨ ਕੀਤਾ ਹੋਇਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਟਿਕਰੀ ਬਾਰਡਰ ਤੇ ਅਸੀਂ ਭਗਤ ਜੀ ਨੂੰ ਵੀ ਯਾਦ ਕਰਨਾ ਤੇ ਨਾਲ ਜਿਹੜਾ ਜਲਿਆਂਵਾਲਾ ਬਾਗ ਦੇ ਸਾਡੇ ਸਾਕੇ ਦੇ ਸ਼ਹੀਦ ਆ, ਮਹਾਨ ਸ਼ਹੀਦ, ਉਹਨਾਂ ਨੂੰ ਵੀ ਯਾਦ ਕਰਨਾ ਤੇ ਖਾਲਸਾ ਪੰਥ ਦਾ ਸਾਜਣਾ ਦਿਵਸ ਆ ਉਹਨੂੰ ਵੀ ਯਾਦ ਕਰਨਾ। ਇਸ ਕਰਕੇ ਅਸੀਂ ਲੋਕਾਂ ਨੂੰ ਸੱਦਾ ਦਿੱਤਾ ਕਿ ਵੱਡੀ ਗਿਣਤੀ ਦੇ ਵਿੱਚ ਆਓ, ਜਿਹਦੇ ਵਿੱਚ ਵਕੀਲਾਂ ਨਾਲ ਲਿੰਕ ਹੋਇਆ ਜੀ। ਵਕੀਲ ਕਹਿੰਦੇ ਹਾੜੀ ਦੀ ਜਿਹੜੀ ਹੈਗਾ ਸੀਜ਼ਨ ਚੱਲਦਾ, ਹੁਣ ਜਿਹੜੇ ਹੈਗੇ ਆ ਸਾਡੀਆਂ ਟੀਮਾਂ ਜਿਹੜੀਆਂ ਇਸ ਮੋਰਚੇ ਨੂੰ ਸੰਭਾਲਣਗੀਆਂ, ਮਾਸਟਰਾਂ ਕੰਨਿਓ ਆ ਰਿਹਾ, ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਆ ਰਿਹਾ, ਕਾਲਜਾਂ ਵੱਲੋਂ ਆ ਰਿਹਾ। ਸੋ ਇਸ ਕਰਕੇ ਜਿਹੜਾ ਸਾਡਾ ਅੰਦੋਲਨ ਆ ਇਹ ਡਰਨ ਵਾਲੇ ਅਸੀਂ ਹੈ ਨਹੀਂ, ਇਹ ਚੜ੍ਹਦੀ ਕਲਾ ਦੇ ਵਿੱਚ ਆ, ਚੜ੍ਹਦੀ ਕਲਾ ਦੇ ਵਿੱਚ ਰਹੂਗਾ, ਚੜ੍ਹਦੀ ਕਲਾ ਦੇ ਵਿੱਚ ਹੀ ਜਿੱਤ ਕੇ ਜਾਵਾਂਗੇ। ਓਕੇ, ਥੈਂਕ ਯੂ ਬਲਦੇਵ ਜੀ, ਥੈਂਕ ਯੂ ਬਲਦੇਵ ਜੀ। ਫਿਰ ਵੀ ਆਵਾਂਗਾ ਸਵਾਲ ਲੈ ਕੇ ਤੁਹਾਡੇ ਵੱਲ। ਚੰਨਾ ਸਿੰਘ ਜੀ, ਜਿਸ ਤਰ੍ਹਾਂ ਵੱਖ-ਵੱਖ ਕਿਸਾਨ ਆਗੂਆਂ ਦਾ ਕਹਿਣਾ ਜਿੱਦਾਂ ਦੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ, ਇੱਕ ਪਾਸੇ ਕੇਂਦਰ ਵਿਜਿਤ ਹੈਗਾ, ਦੂਜੇ ਪਾਸੇ ਵੱਡੇ ਵੱਡੇ ਸੰਘਰਸ਼, ਵੱਡੇ ਵੱਡੇ ਧਮਕੀਆਂ, ਵੱਡੇ ਵੱਡੇ ਸਰਕਾਰ ਵੱਲੋਂ ਜਿਹੜੇ ਪ੍ਰਚਾਰ ਦੇ ਸਾਧਨ ਆ, ਉਹਦੇ ਬਾਵਜੂਦ ਵੀ ਕਿਸਾਨ ਆਪਣੇ ਮੋਰਚਿਆਂ ਤੇ ਡਟੇ ਹੋਏ ਹੈ। ਕੀ ਲੱਗਦਾ ਹੈ ਕਿ ਜਿੱਦਾਂ ਸਰਕਾਰ ਦੀ ਇਹ ਭਾਵਨਾ ਸੀ ਕਿ ਕਿਸਾਨਾਂ ਦਾ ਅੰਦੋਲਨ ਲੰਮਾ ਖਿੱਚਿਆ ਜਾਏ, ਕਿਸਾਨਾਂ ਨੂੰ ਅੰਦੋਲਨ 'ਚ ਕਸਾਇਆ ਜਾਵੇ, ਤਾਂ ਸ਼ਾਇਦ ਇਹ ਕੁਝ ਘੱਟ ਸ਼ਰਤਾਂ ਦੇ ਵੀ ਆ ਸਕਦੇ ਹੈ। ਮੌਜੂਦਾ ਪ੍ਰਸਥਿਤੀਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਨੂੰ ਲੈ ਕੇ ਤੇ MSP ਨੂੰ ਕਾਨੂੰਨੀ ਸ਼ੇਪ ਦੇਣ ਤੋਂ ਇਲਾਵਾ ਕੀ ਕਿਸਾਨ ਕੋਈ ਹੇਠਾਂ ਵੀ ਕਿਸੇ ਗੱਲ ਤੇ ਸਹਿਮਤ ਹੋ ਸਕਦੇ ਹੈ? ਚੰਨਾ ਸਿੰਘ ਜੀ, ਦੇਖੋ ਜਿਹੜੀਆਂ ਮੰਗਾਂ ਤੇ ਕਿਸਾਨ ਆਏ ਤੋਂ ਥੱਲੇ ਕੋਈ ਗੁੰਜਾਇਸ਼ ਨਹੀਂ ਆਉਣ ਦੀ। ਤਿੰਨੇ ਕਾਨੂੰਨ ਰੱਦ ਕਰਨੇ ਪੈਣੇ ਹੈ। MSP ਦਾ ਇਹਨਾਂ ਦਾ ਜਿਹੜਾ ਕਾਨੂੰਨ ਹੈ ਉਹਦੀ ਗਾਰੰਟੀ ਦੇਣੀ ਪੈਣੀ ਹੈ। ਜਿੱਥੋਂ ਤੱਕ ਸਰਕਾਰ ਕਰੋਨੇ ਦਾ ਬਹਾਨਾ ਲੈ ਰਹੀ ਹੈ, ਅਸੀਂ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ, ਜੇ ਇਹਨੂੰ ਸਾਡੇ ਲੋਕਾਂ ਦੀ ਜਾਨ ਦਾ ਐਡਾ ਫਿਕਰ ਹੈ ਫਿਰ ਇਹ ਕਿੱਡਾ ਕੁ ਵੱਡਾ ਮੁੱਦਾ ਹੈਗਾ, ਕਿਉਂ ਨਹੀਂ ਸਰਕਾਰ ਮੰਨਦੀ ਉਹਨੂੰ ਮੰਨ ਲਈ ਲਾਗੂ ਕਰਦੇ? ਲੋਕ ਘਰਾਂ ਨੂੰ ਜਾ ਵੜਨਗੇ ਆਪਣੇ ਆਪ ਹੀ। ਤੇ ਜੇ ਸਰਕਾਰ ਨੂੰ ਭੁਲੇਖਾ ਹੈ ਵੀ ਅਸੀਂ ਪੁਲਿਸ ਵਰਤ ਕੇ, ਮਿਲਟਰੀ ਵਰਤ ਕੇ ਇਸ ਅੰਦੋਲਨ ਨੂੰ ਖਦੇੜ ਦਿਆਂਗੇ, ਇਹ ਅੰਦੋਲਨ ਨਹੀਂ ਖੇੜਿਆ ਜਾਣਾ। ਭਾਰਤੀ ਜਨਤਾ ਪਾਰਟੀ ਦੇ ਪੈਰ ਉਖੜਨਗੇ ਪੂਰੇ ਭਾਰਤ ਦੇ ਵਿੱਚੋਂ। ਇਹ ਭੁਲੇਖੇ 'ਚ ਨਾ ਰਹੇ ਭਾਰਤੀ ਜਨਤਾ ਪਾਰਟੀ, ਕਿਉਂਕਿ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਜੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਹਰਿਆਣੇ ਦੇ ਲੋਕ ਉੱਤਰ ਨਹੀਂ ਦੇ ਰਹੇ ਉਹਦਾ ਜਹਾਜ਼, ਤੇ ਜੇ ਉਹਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੁਲਿਸ ਹੈ ਜਾਂ ਫੌਜ ਆ ਸਾਡੇ ਬੱਚੇ ਹੈ, ਸਾਨੂੰ ਨਹੀਂ ਲੱਗਦਾ ਕੋਈ ਸਾਡੇ ਤੇ ਅੱਗੇ ਹੋਣੇ ਜ਼ਬਰ ਕਰਨਗੇ। ਪਰ ਜਦੋਂ ਆਉਣਗੇ ਹਰਿਆਣਾ ਨਾਲ ਖੜਾ ਹੈ, ਉਦੋਂ ਕਿਤੇ ਵੱਡੀ ਗਿਣਤੀ ਆ ਸਾਡੇ ਲੋਕਾਂ ਦੀ। ਕਿੰਨਿਆਂ ਕੁ ਨੂੰ ਮਾਰਨਾ ਚਾਹੁੰਦੇ ਹੈ? ਸਾਨੂੰ ਦੱਸ ਦੇਣ ਵੀ ਇਹਨਾਂ ਨੂੰ ਮਾਰਨਾ, ਅਸੀਂ ਲੈਣਾ ਬਣਾ ਕੇ ਖੜ ਜਾਂਦੇ ਆ, ਮਾਰ ਲੈਣ ਇਹ ਉਹਨਿਆਂ ਨੂੰ। ਪਰ ਇਹਦੇ ਬਾਵਜੂਦ ਜਿੰਨੇ ਮਰਜ਼ੀ ਕਤਲੇਆਮ ਕਰਨ, ਜਿੰਨਾ ਮਰਜ਼ੀ ਕੇਸ ਬਣਾ ਲੈਣ, ਨਾ ਇਹਨਾਂ ਕੋਲ ਇੰਨੀਆਂ ਜੇਲ੍ਹਾਂ ਜਿਹੜੇ ਸਾਰੇ ਕਿਸਾਨਾਂ ਨੂੰ ਉਹ ਕਰ ਸਕਣ, ਉਨੀਆਂ ਗੋਲੀਆਂ ਵੀ ਨਹੀਂ ਸਾਨੂੰ ਤਾਂ ਲੱਗਦੀਆਂ ਵੀ ਸਾਰੇ ਕਿਸਾਨਾਂ ਨੂੰ ਮਾਰ ਦੇਣਗੇ ਇਹ। ਇਸ ਕਰਕੇ ਇਹਨਾਂ ਨੂੰ
ਸਾਰਾ ਕੁਝ ਜਿਹੜਾ ਮੱਸੀ ਪੱਥਰ ਜੱਟ ਕੇ ਮੁੜਦੀ ਹੁੰਦੀ ਆ, ਦੇਖਣਾ ਦੇਖ ਲੈਣ, ਜਿੰਨਾ ਸਮਾਂ ਮਰਜ਼ੀ ਦੇਖ ਲਿਆ। ਪਹਿਲਾਂ ਨੂੰ ਝੋਨੇ ਦੇ ਸੀਜ਼ਨ ਜਦੋਂ ਪਹਿਲਾਂ ਵਾਲੇ 'ਚ ਲੱਗਦਾ ਸੀ ਕਿ ਮੋਰਚਾ ਤਾਂ ਜਦੋਂ ਪੰਜਾਬ ਚੱਲ ਰਿਹਾ ਸੀ ਇੱਥੇ ਹੀ ਖਤਮ ਹੋ ਜਾਊਗਾ। ਹੁਣ ਕਣਕ ਦਾ ਸੀਜ਼ਨ ਵੀ ਲਗਭਗ ਅੱਧ ਤੋਂ ਗਾਹਾਂ ਲੰਘ ਚੁੱਕਿਆ ਹੈ, ਮੋਰਚਾ ਜਿਉਂਦਾ ਤਿਉਂ ਚੱਲ ਰਿਹਾ ਹੈ। ਇੱਧਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਵੱਡੀ ਗਿਣਤੀ 20 ਨੂੰ ਆ ਰਹੇ ਹੈ, ਅਸੀਂ ਹਜ਼ਾਰਾਂ ਦੀ ਗਿਣਤੀ 'ਚ 21 ਨੂੰ ਆ ਰਹੇ ਹਾਂ ਪੂਰੇ ਮਗੇ ਹੋਏ ਸੀਜ਼ਨ ਦੇ ਵਿੱਚ। ਤੇ ਜੇ ਇਹੋ ਜਿਹਾ ਕੁਛ ਫੋਰਸ ਵਾਲਾ ਲਾਉਣਗੇ, ਅਸੀਂ ਤੁਹਾਡੇ ਮਾਧਿਅਮ ਰਾਹੀਂ ਸੱਦਾ ਦੇਣਾ ਚਾਹੁੰਦੇ ਹਾਂ ਸਾਰੇ ਭਾਰਤ ਦੇ ਲੋਕਾਂ ਨੂੰ ਕਿ ਉਹ ਤੁਰਤ ਵੀ ਹੀਰਾ ਘੱਤਣ ਦਿੱਲੀ ਵੱਲ। ਇਹ ਸਰਕਾਰ ਦਾ ਮੂੰਹ ਤੋਂ ਜਵਾਬ ਦੇਵਾਂਗੇ, ਇਹ ਭੁਲੇਖੇ ਜਨਾਂ ਨੇ ਇਸ ਗੱਲ ਦੇ ਵਿੱਚ। ਇਹਦਾ ਹੱਲ ਸਿੱਧਾ ਇਹੀ ਬਣਦਾ ਕਿ ਕਾਨੂੰਨ ਹੈ ਉਹ ਰੱਦ ਕਰਨ, MSP ਦਾ ਜਿਹੜਾ ਗਰੰਟੀ ਹੈ ਘੱਟੋ ਘੱਟ ਖਰੀਦ ਦੀ, ਉਹਦਾ ਕਾਨੂੰਨ ਬਣਾਉਣ। ਸ਼ਾਂਤਮਈ ਸਾਰਾ ਕੁਝ ਨਿਬੜਦਾ ਹੈ। ਪਹਿਲਾਂ ਵਾਲੇ ਬੁਲਾਰਿਆਂ ਨੇ ਵੀ ਕਿਹਾ ਵੀ ਸਾਰੀਆਂ ਚਾਲਾਂ ਉਹਨਾਂ ਨੇ ਚੱਲ ਰਹੀਆਂ, ਫੇਲ ਹੋਈਆਂ। ਗਾਹਾਂ ਨੂੰ ਜਿੰਨੀਆਂ ਮਰਜ਼ੀ ਚਾਲਾਂ ਚੱਲਣ, ਫੇਲ ਹੋਣਗੀਆਂ ਕਿ ਲੋਕ ਜਾਣਦੇ ਹੈ ਕਿ ਕਰੋਨਾ ਦਾ ਬਹਾਨਾ ਲਿਆ ਜਾ ਰਿਹਾ ਹੈ। ਮਿਹਰਬਾਨੀ ਚੰਨਾ ਸਿੰਘ ਜੀ, ਮੈਂ ਫੇਰ ਆਵਾਂਗਾ ਕਿਸੇ ਹੋਰ ਸਵਾਲ ਦੇ ਨਾਲ। ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ, ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਵਾਪਸ। ਸਾਡੇ ਨਾਲ ਕਿਸਾਨ ਆਗੂਆਂ ਦੀ ਮਹਾ ਪੰਚਾਇਤ, ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ ਤੇ ਸੰਘਰਸ਼ ਕਿਸ ਦੌਰ 'ਚੋਂ ਜਾ ਰਿਹਾ ਹੈ, ਕਿਸਾਨ ਆਗੂਆਂ ਨਾਲ ਕਰਾਂਗੇ ਗੱਲ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਪ੍ਰੋਫੈਸਰ ਮਨਜੀਤ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਵੱਖ-ਵੱਖ ਕਿਸਾਨ ਆਗੂਆਂ ਦੀ ਰਾਏ ਸੀ ਕਿ ਜਿੰਨਾ ਮਰਜ਼ੀ ਕਿਸਾਨ ਅੰਦੋਲਨ ਨੂੰ ਦਬਾਇਆ ਜਾਵੇ, ਕਿਸਾਨ ਆਗੂ ਦਬਣ ਵਾਲੇ ਨਹੀਂ ਹੈ, ਆਪਣੇ ਮੁੱਦੇ ਤੇ ਕਾਇਮ ਹੈ, ਜਿੱਤ ਕੇ ਘਰਾਂ ਨੂੰ ਜਾਣਗੇ। ਇਹੋ ਵੱਡਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਤਿੰਨੇ ਖੇਤੀ ਕਾਨੂੰਨ, MSP ਦੀ ਗੱਲ ਹੈ। ਸਰਕਾਰ ਨੂੰ ਇਹ ਬਹੁਤ ਵੱਡਾ ਭੁਲੇਖਾ ਸੀ ਕਿ ਕਿਸਾਨ ਅੰਦੋਲਨ ਲੰਮਾ ਪੈ ਜਾਏਗਾ ਤਾਂ ਸ਼ਾਇਦ ਇਹਨਾਂ ਨੂੰ ਹੇਠਾਂ ਲਿਆਂਦਾ ਜਾ ਸਕਦਾ ਹੈ। ਤੁਸੀਂ ਹਮੇਸ਼ਾ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹੋ, ਅੰਦੋਲਨ ਦੇ ਵਿੱਚ ਬੈਠੇ ਹੋ। ਪ੍ਰੋਫੈਸਰ ਮਨਜੀਤ ਸਿੰਘ ਜੀ, ਕੀ ਲੱਗਦਾ ਕਿ ਤਿੰਨੇ ਖੇਤੀ ਕਾਨੂੰਨਾਂ ਤੋਂ ਘੱਟ ਕੋਈ ਭੁਲੇਖਾ ਰਹਿਣਾ ਚਾਹੀਦਾ ਹੈ? ਕਿਸਾਨ ਮੰਨਣਗੇ? ਸਿੱਧੂ ਸਾਹਿਬ, ਆਪਾਂ ਸਾਰਿਆਂ ਨੇ ਦੇਖਿਆ ਕਿ ਇੱਕੋ ਵਾਰੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਜਬਰੀ ਕਿਸਾਨ ਅੰਦੋਲਨ ਨੂੰ ਖਦੇੜਨ ਦੀ 26 ਜਨਵਰੀ ਤੋਂ ਬਾਅਦ। ਉਹਨਾਂ ਦਾ ਕਿ ਬਹੁਤ ਤਕੜਾ ਮੌਕਾ, ਲੋਕਾਂ ਦੇ ਵਿੱਚ ਤਿਰੰਗੇ ਦੀ ਬੇਅਦਬੀ ਦਾ ਰੌਲਾ ਪਾ ਦਿਓ, ਜਿਸ ਸਾਜ਼ਿਸ਼ ਵਿੱਚ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਖੁਦ ਸ਼ਾਮਲ ਹੋਏ ਔਰ ਪਾਰਲੀਮੈਂਟ ਦੇ ਅੰਦਰ ਕਿਹਾ ਕਿ ਤਿਰੰਗੇ ਦੀ ਬੇਅਦਬੀ ਹੋਈ ਹੈ। ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਔਰ ਸਿੱਖ ਵਰਸਸ ਨੂੰ ਮਸਲਾ ਬਣਾਉਣ ਦੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਟਕੈਤ ਤੋਂ ਜਿਹੜਾ ਉਦਣ 27 ਦੀ ਰਾਤ ਨੂੰ ਸਾਰਾ ਹੋਇਆ, ਉਹਦਾ ਕੀ ਨਤੀਜਾ ਨਿਕਲਿਆ ਕਿ ਜਿਹੜੇ ਯੂਪੀ ਵਾਲੇ ਕੁਝ ਲੋਕ ਪਿੱਛੇ ਸੀ, ਸੁੱਤੇ ਸੀ, ਹਰਿਆਣੇ ਵਾਲੇ ਜਿਹੜੇ ਅਜੇ ਪੂਰੀ ਗਿਣਤੀ ਦੇ ਵਿੱਚ ਵੱਡੇ ਪੱਧਰ ਤੇ ਨਹੀਂ ਸੀ ਆਏ, ਸਾਰੇ ਦੇ ਸਾਰੇ ਪੰਜਾਬ ਨਾਲੋਂ ਵੀ ਵੱਡੀ ਗਿਣਤੀ 'ਚ ਉੱਥੇ ਪਹੁੰਚ ਗਏ ਸਿੰਘੂ ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਦੇ ਉੱਤੇ। ਹੁਣ ਵੀ ਜੇ ਦੁਬਾਰਾ ਕੋਈ ਇਹੋ ਜਿਹਾ ਇਹਨਾਂ ਨੇ ਆਪਣੀ ਵੱਲੋਂ ਐਡਵੈਂਚਰਿਜ਼ਮ ਕੀਤਾ, ਕੋਈ ਬਦਮਾਸ਼ੀ ਕੀਤੀ, ਕੋਈ ਜਬਰੀ ਖਦੇੜਨ ਦੀ ਗੱਲ ਕੀਤੀ, ਤਾਂ ਇਹ ਮੂਵਮੈਂਟ ਪਹਿਲਾਂ ਜਿੱਥੇ ਨਾਰਥ ਵੈਸਟ ਇੰਡੀਆ ਦੇ ਵਿੱਚ ਉੱਤਰੀ ਪੱਛਮੀ ਭਾਰਤ ਦੇ ਸੂਬਿਆਂ ਤੱਕ ਫੈਲੀ ਚੰਗੇ ਤੌਰ ਤੇ, ਪੂਰੇ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਫੈਲ ਜੂਗੀ। ਇਹ ਗੱਲ ਮੋਦੀ ਜੀ ਨੂੰ ਤੇ ਮੋਦੀ ਦੀ ਸਰਕਾਰ ਨੂੰ ਤੇ ਵਿੱਚ ਖੱਟੜ ਹੋਣਾ ਨੂੰ ਯਾਦ ਰੱਖਣੀ ਚਾਹੀਦੀ ਹੈ। ਦੂਜੀ ਗੱਲ, ਤੁਸੀਂ ਜਿਹੜਾ ਸਵਾਲ ਕਰਨ ਦੀ ਕਹਿ ਰਹੇ ਸੀਗੇ ਕਿ ਇਹ ਤਿੰਨੇ ਕਾਨੂੰਨ ਜਾਂ ਕਿੱਦਾਂ ਇਹ ਸਟੇਲਮੇਟ ਆ, ਇਹਦਾ ਕੀ ਬਣੂ, ਉਹ ਕੋਈ ਗੱਲਬਾਤ ਪਹਿਲ ਕਦਮੀ ਕਰ ਨਹੀਂ ਰਹੇ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ, ਪੰਜਾਬ ਹਰਿਆਣੇ ਦੀ ਖੇਤੀ ਪਹਿਲਾਂ ਹੀ ਇਹਨਾਂ ਤਿੰਨਾਂ ਕਾਨੂੰਨਾਂ ਤੋਂ ਪਹਿਲਾਂ ਬਹੁਤ ਸੰਕਟ ਚੋਂ ਲੰਘ ਰਹੀ ਆ। ਪੰਜਾਬ ਦੇ ਉੱਤੇ 70-80 ਹਜ਼ਾਰ ਦਾ ਕਿਸਾਨਾਂ ਤੇ ਕਰਜ਼ਾ ਹੋਣਾ ਕੋਈ ਛੋਟੀ ਗੱਲ ਆ। ਉਹਨਾਂ ਦੇ ਕੋਲ ਤਾਂ ਕੁਝ ਬਚਦਾ ਹੀ ਨਹੀਂ, ਉਹ ਤੇ ਪਹਿਲਾਂ ਹੀ ਬਹੁਤ ਵੱਡੇ ਸੰਕਟ ਦੇ ਵਿੱਚ ਆ। ਉੱਤੇ ਤੁਸੀਂ ਆ ਤਿੰਨ ਕਾਨੂੰਨ ਤੇ MSP ਨੂੰ ਹੌਲੀ ਰੱਦ ਕਰਨ ਦੀ ਪਲਾਨ ਬਣਾ ਕੇ FCI ਨੂੰ ਬਾਹਰ ਕਰਕੇ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਜ਼ਮੀਨਾਂ ਹੜੱਪਣੀਆਂ? ਇਹ ਗੱਲ ਸਾਰਿਆਂ ਨੂੰ ਸਮਝ ਪੈ ਗਈ ਹੈ। ਇਸ ਲਈ ਇਹ ਜਿਹੜੀ ਲੜਾਈ ਆ ਉਹ ਇਸ ਗੱਲ ਦੀ ਲੜਾਈ ਨਹੀਂ ਕਿ ਖੇਤੀ ਨੂੰ ਕਿਵੇਂ ਬਚਾਇਆ ਜਾਏ, ਇਹ ਤੇ ਇਸ ਗੱਲ ਦੀ ਲੜਾਈ ਆ ਕਿ ਖੇਤੀ ਕਰਨ ਵਾਲੇ ਬੰਦੇ ਨੂੰ ਕਿਵੇਂ ਬਚਾਇਆ ਜਾਏ। ਖੇਤੀ ਤਾਂ ਪਹਿਲਾਂ ਹੀ ਸਾਡੀ ਬੜੀ ਸੰਕਟ ਵਿੱਚ ਦੀ ਗੁਜ਼ਰ ਰਹੀ ਸੀਗੀ। ਇਹ ਜੇ ਸਾਡੇ ਉੱਤੇ ਕਰਨ ਵਾਲੇ ਪੇਂਡੂ ਤੇ ਹੋਰ ਜਿਹੜੇ ਉਸ ਖਪਤਕਾਰ ਲੋਕ ਆ ਜਿਨ੍ਹਾਂ ਨੇ ਕਮਾਈ ਕਰਕੇ ਚੀਜ਼ਾਂ ਖਰੀਦਣੀਆਂ, ਸਾਰਿਆਂ ਦੇ ਉੱਤੇ ਸਮੁੱਚੇ ਹੀ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਤੇ ਜਿੱਡਾ ਵੱਡਾ ਇਹ ਹਮਲਾ ਕੀਤਾ ਗਿਆ, ਉਹ ਸਾਰੇ ਸਮਝ ਗਏ ਆ। ਆੜਤੀਆਂ ਤੇ ਵੀ ਹਮਲਾ, ਹੋਰਨਾਂ ਤੇ ਵੀ ਹਮਲਾ, ਇਸੇ ਕਰਕੇ ਸਾਰੇ ਲੋਕ ਕਿਸਾਨਾਂ ਦੀ ਲੀਡਰਸ਼ਿਪ 'ਚ ਕਿਸਾਨਾਂ ਦਾ ਸਾਥ ਵੀ ਦੇ ਰਹੇ ਆ। ਇਸ ਗੱਲ ਨੂੰ ਸਾਫ਼-ਸਾਫ਼ ਮੋਦੀ ਸਰਕਾਰ ਜੀ ਨੂੰ ਸਮਝ ਲੈਣਾ ਚਾਹੀਦਾ ਹੈ ਸਿੱਧੂ ਜੀ
ਕਿ ਜੇ ਉਹਨਾਂ ਨੇ ਤੁਰੰਤ ਜਿਹੜੇ ਕਾਲੇ ਕਾਨੂੰਨ ਦੇ ਖੁਦ ਕਦਮ ਅੱਗੇ ਕੇ ਮਾਫੀ ਮੰਗਣ ਦੇ ਨਾਲ ਵਾਪਸ ਨਹੀਂ ਕੀਤੇ, ਮਾਫੀ ਵੀ ਮੰਗਣੀ ਚਾਹੀਦੀ ਹੈ, ਕਿਉਂਕਿ ਇਹ ਕਿਸੇ ਦੇ ਇਨਵਾਈਟਡ ਥੋੜੀ ਹੈ। ਤੁਸੀਂ ਲੋਕਤੰਤਰ ਦੇ ਵਿੱਚ ਬਿਨਾਂ ਕਿਸਾਨਾਂ ਨੂੰ, ਬਿਨਾਂ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਉੱਤੇ ਕਾਨੂੰਨ ਕਿਵੇਂ ਲਿਆ ਸਕਦੇ ਆ? ਇਹ ਬਿਲਕੁਲ ਸਰਸਰ ਗਲਤ ਆ, ਧੱਕੇ ਨਾਲ ਪਾਰਲੀਮੈਂਟ ਪਾਸ। ਓਕੇ, ਥੈਂਕ ਯੂ ਪ੍ਰੋਫੈਸਰ ਸਾਹਿਬ। ਇਸ ਨੂੰ ਵਾਪਸ ਲੈਣ ਦੀ ਵੀ ਮੋਦੀ ਸਰਕਾਰ ਤੇ ਹੈਗੀ ਹੈ। ਇਹ ਕਿਸਾਨਾਂ ਦੇ, ਕਿਸਾਨ ਤੇ ਸਿਰਫ ਆਪਣੀ ਲੜਾਈ ਦੇ ਰਿਹਾ ਔਰ ਇਹ ਲੜਾਈ ਦਿੰਦੇ ਰਹਿਣਗੇ। ਥੈਂਕ ਯੂ। ਬਲਦੇਵ ਸਿੱਧਾ ਕਿਸਾਨ ਅੰਦੋਲਨ ਦੀ ਗੱਲ ਪ੍ਰੋਫੈਸਰ ਮਜੀਦ ਸਿੰਘ ਹੈ ਕਿ ਮਾਫੀ ਮੰਗਣੀ ਚਾਰ ਨੂੰ ਕਿਸਾਨਾਂ ਦੇ ਨਾਲ ਕੀਤਾ ਗਿਆ। ਕਿਸਾਨ ਲੀਡਰਸ਼ਿਪ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਜਿਹੜਾ ਅੰਦੋਲਨ ਚੱਲ ਰਿਹਾ ਸਿਰਸਾ ਜੀ, ਮੈਂ ਕਿਸਾਨ ਲੀਡਰਸ਼ਿਪ ਦੀ ਜ਼ਿੰਮੇਵਾਰੀ ਤੇ ਵੀ ਸਵਾਲ ਲੈਣਾ ਚਾਹੁੰਦਾ ਹਾਂ ਕਿ ਵਿੱਚ ਜਿਹੜਾ ਕੁਝ ਇਦਾਂ ਦੀਆਂ ਗੱਲਾਂ ਵੀ ਆਉਂਦੀਆਂ ਰਹਿੰਦੀਆਂ ਕਿਸਾਨ ਅੰਦੋਲਨ ਦੀ ਏਕਤਾ ਨੂੰ ਲੈ ਕੇ। ਪਿਛਲੇ ਦਿਨਾਂ ਜਿਵੇਂ ਲੱਖਾ ਸਿਧਾਣਾ ਦੀ ਗੱਲ ਸੀ, ਫਿਰ ਉਹ ਕਿਸਾਨ ਅੰਦੋਲਨ ਚ ਉਹਨਾਂ ਦੇ ਹਮਾਇਤੀ ਆ ਰਹੇ ਹੈ। ਇੱਦਾਂ ਦੀਪ ਸਿੱਧੂ ਦੀ ਗੱਲ ਆਈ, ਉਹਨਾਂ ਨੂੰ ਵੀ ਜ਼ਮਾਨਤ ਮਿਲ ਗਈ ਹੈ। ਨੌਜਵਾਨਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਦੇ ਨਾਲ ਜੁੜੇ ਹੋਏ ਹੈ। ਕੀ ਲੱਗਦਾ ਕਿ ਕਿਸਾਨ ਅੰਦੋਲਨ ਨੂੰ ਕਾਇਮ ਰੱਖਣ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਕਿਸਾਨ ਜਥੇਬੰਦੀਆਂ ਦਾ ਏਕਾ ਵੀ ਇੱਕ ਪਲੇਟਫਾਰਮ ਤੇ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ? ਬਲਦੇਵ ਸਿਰਸਾ ਜੀ। ਸਿੱਧੂ ਸਾਹਿਬ, ਮੈਂ ਬੇਨਤੀ ਕਰਾਂਗਾ ਕਿ ਇਹ ਜਿੱਡਾ ਵੱਡਾ ਸੰਘਰਸ਼ ਚੱਲ ਰਿਹਾ, ਜਿੰਨੀ ਗਿਣਤੀ ਵਿੱਚ ਆਗੂ ਜਿਹੜੇ ਨੇ ਉਹ ਵੱਖ-ਵੱਖ ਵਿਚਾਰਧਾਰਾ ਦੇ ਇਕੱਠੇ ਹੋ ਕੇ ਲੰਬੇ ਸਮੇਂ ਤੋਂ ਅੱਜ ਤੱਕ ਚੱਲਦੇ ਆ ਰਹੇ ਨੇ, ਔਰ ਇਹਦੇ ਵਿੱਚ ਅੰਦਰ ਬੈਠ ਕੇ ਸਾਡੀਆਂ ਜਦੋਂ ਮੀਟਿੰਗਾਂ ਹੁੰਦੀਆਂ, ਉਹਨਾਂ ਮੀਟਿੰਗਾਂ ਦੇ ਵਿੱਚ ਸਾਡੀ ਗੱਲਬਾਤ ਹੁੰਦੀ ਆ। ਉੱਥੇ ਭਾਵੇਂ ਜਿਹੜੀ ਵੀ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੋ ਗਏ ਗੱਲ ਕਰੀਦੀ ਆ, ਲੇਕਿਨ ਪੂਰੀ ਦ੍ਰਿੜਤਾ ਨਾਲ ਏਕਾ ਹੈ ਅਤੇ ਏਕਾ ਰਹੇਗਾ, ਕਿਉਂਕਿ ਅਸੀਂ ਇਹ ਸੰਘਰਸ਼ ਇੱਕ ਸੁਰਤਾ ਰੱਖ ਕੇ ਹੀ ਜਿੱਤ ਸਕਦੇ ਹਾਂ। ਸੋ ਇਹਦੇ ਵਿੱਚ ਜੋ ਮਰਜ਼ੀ ਹੋਵੇ, ਕਿਸ ਤਰ੍ਹਾਂ ਦੀਆਂ ਵੀ ਮੁਸ਼ਕਲਾਂ ਆਉਣ, ਉਤਰਾਅ ਚੜਾਅ ਆਉਂਦੇ ਨੇ, ਕਿਉਂਕਿ ਲੱਖਾਂ ਦੀ ਇੰਨੇ ਲੰਬੇ ਸਮੇਂ ਤੋਂ ਇੰਨੀ ਵੱਡੀ ਗਿਣਤੀ ਵਿੱਚ ਅਤੇ ਸ਼ਾਂਤ ਇਸ ਤਰ੍ਹਾਂ ਦੇ ਏਡੇ ਵੱਡੇ ਸੰਘਰਸ਼ ਨੂੰ ਸ਼ਾਂਤਮਈ ਰੱਖਣਾ ਇਹ ਕੋਈ ਛੋਟੀ ਗੱਲ ਨਹੀਂ। ਸੋ ਏਡੇ ਵੱਡੇ ਸੰਘਰਸ਼ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ, ਕੋਈ ਮੁਸ਼ਕਲਾਂ ਆਉਂਦੀਆਂ ਨੇ, ਤੇ ਅਸੀਂ ਰਲ ਮਿਲ ਕੇ ਬੈਠ ਕੇ ਕਰਦੇ ਹਾਂ। ਆਪਸ ਵਿੱਚ ਅੰਦਰ ਬੈਠ ਕੇ ਅਸੀਂ ਜੋ ਮਰਜ਼ੀ ਕਰੀਏ, ਉੱਥੇ ਵੀ ਇੱਕ ਸੁਰਤਾ ਨਾਲ ਗੱਲ ਹੁੰਦੀ ਹੈ। ਫੈਸਲੇ ਅਸੀਂ ਸਾਰੇ ਇਕੱਠੇ ਹੋ ਕੇ ਸਹਿਮਤੀ ਨਾਲ ਹੀ ਜਿਹੜਾ ਉਹ ਕਰਦੇ ਹਾਂ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਪਰ ਇਹ ਜਿਹੜੀ ਗੱਲ ਹੈ ਬਿਲਕੁਲ ਹੈ ਦ੍ਰਿੜਤਾ ਨਾਲ ਇਸ ਸੰਘਰਸ਼ ਨੂੰ ਜਿੱਤਣ ਵਾਸਤੇ ਅਸੀਂ ਇੱਕ ਸੁਰਤਾ ਰੱਖ ਕੇ ਚੱਲ ਰਹੇ ਹਾਂ। ਇਹ 'ਚ ਕੋਈ ਐਸੀ ਗੱਲ, ਕੋਈ ਦੂਈ ਦਵਾਤ ਨਹੀਂ ਹੈ। ਹਾਂ ਜੀ, ਬਿਲਕੁਲ। ਜਿਹੜਾ ਹੈਗਾ ਅਗਲਾ ਫੇਰ ਲੈ ਕੇ ਆ ਰਹੇ ਚੰਡਾ ਸਿੰਘ ਅੱਗੇ। ਬਲਦੇਵ ਭਾਈ ਰੂਪਾ ਜੀ, ਸਵਾਲ ਲੈਣ ਤੋਂ ਪਹਿਲਾਂ ਚੰਡਾ ਸਿੰਘ ਜੀ ਤੁਹਾਡੇ ਤੋਂ ਇਹੀ ਸਵਾਲ ਦਾ ਜਵਾਬ ਦਰਸ਼ਕਾਂ ਦੀ ਜਾਣਕਾਰੀ ਲਈ ਲੈਣਾ ਚਾਹੁੰਦਾ। ਬਹੁਤ ਵੱਡਾ ਸੰਘਰਸ਼ ਹੈ, ਕੇਵਲ ਪੰਜਾਬ ਨਹੀਂ ਹਿੰਦੁਸਤਾਨ 'ਚ ਜਿਹੜੇ ਬੈਠੇ ਕਿਸਾਨ ਆ ਉਹਨਾਂ ਵੱਲੋਂ ਭਰਵੀਂ ਹਮਾਇਤ ਹੈ। ਪਰ ਸਵਾਲ ਕਿਸਾਨ ਜਥੇਬੰਦੀਆਂ ਬਾਰੇ ਹੈ, ਉਹ ਤਵੱਕੋਂ ਰੱਖਦੇ ਆ ਤੁਸੀਂ ਆਪਣਾ ਏਕਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਇਕੱਠ ਬਣਾਈ ਰੱਖੋਗੇ ਅੰਦੋਲਨ ਜਿੱਤਣ ਦੇ ਲਈ? ਜਿੱਦਾਂ ਦੇ ਹਮਲੇ ਹੋ ਰਹੇ ਹੈ ਉਹਦੇ 'ਚ ਏਕੇ ਦੀ ਆਸ ਵੀ ਰੱਖੀ ਜਾ ਰਹੀ ਹੈ ਤੁਹਾਡੇ ਕੋਲੋਂ। ਵੱਖ-ਵੱਖ ਜਿਹੜੀਆਂ ਦੀਆਂ ਸ਼ੇਡਸ ਹੈ, ਵੱਖ-ਵੱਖ ਧਰਾਵਾਂ ਦੇ ਲੋਕ ਹੈ, ਉਹ ਇਕੱਠੇ ਰਹਿ ਪਾਉਣਗੇ? ਲੀਡਰਸ਼ਿਪ ਜਿਹੜੀ ਹੈਗੀ ਹੈ ਚੰਡਾ ਸਿੰਘ ਜੀ। ਹਾਂਜੀ, ਦੇਖੋ ਇਹ ਸੈਂਕੜੇ ਜਥੇਬੰਦੀਆਂ ਜੀ ਪੂਰੇ ਭਾਰਤ ਦੀਆਂ ਜਿਹੜੇ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਹੈ। ਇਸ ਮੌਕੇ ਜਿਹੜਾ ਸੰਯੁਕਤ ਮੋਰਚਾ ਹੈ ਉਹਦਾ ਇੱਕੋ ਹੀ ਨਿਸ਼ਾਨਾ ਹੈ ਕਿ ਤਿੰਨੇ ਕਾਨੂੰਨ ਰੱਦ ਕਰਾਉਣੇ ਹੈ। ਘੱਟੋ ਘੱਟ ਜਿਹੜਾ ਖਰੀਦ ਵਾਲਾ ਉਹਦਾ ਕਾਨੂੰਨੀ ਉਹਦੀ ਮਾਨਤਾ ਲੈਣੀ ਹੈ ਸਾਰੀਆਂ ਫਸਲਾਂ ਦੀ, ਜਿੰਨੇ ਵੀ ਕੁੱਲ ਫਸਲਾਂ ਹੈਗੀਆਂ। ਇਹਦੇ 'ਚ ਜੇ ਲਗਭਗ ਪਿਛਲੇ 8-9 ਮਹੀਨਿਆਂ ਤੋਂ ਬਹੁਤ ਤਰੇੜਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰ ਵੱਲੋਂ। ਜੇ ਉਹਦੇ 'ਚ ਵਿੱਥ ਨਹੀਂ ਪਾ ਸਕੀ ਸਰਕਾਰ, ਅਸੀਂ ਬਹੁਤ ਸਪਸ਼ਟ ਕਹਿਣਾ ਚਾਹੁੰਦੇ ਹਾਂ ਸਰਕਾਰ ਜੋ ਮਰਜ਼ੀ ਚੱਲਣਾ ਚੱਲੇ, ਗੋਦੀ ਮੀਡੀਆ ਜੋ ਮਰਜ਼ੀ ਪ੍ਰਚਾਰੇ, ਇਹਦੇ ਕਿਸੇ ਕਿਸਮ ਦੀ ਫੁੱਟ ਪੈਣ ਵਾਲੀ ਨਹੀਂ। ਪੂਰੀ ਤਰ੍ਹਾਂ ਇਹਨਾਂ ਗੱਲਾਂ ਤੇ ਇੱਕ ਹੈ। ਠੀਕ ਹੈ, ਬਖਰੇਵੇਂ ਭਾਂ ਜਿੰਨੇ ਮਰਜ਼ੀ ਜਥੇਬੰਦੀਆਂ ਦੇ ਹੈਗੇ ਹੈ, ਇਸ ਅੰਦੋਲਨ 'ਚ ਕੋਈ ਵਿੱਥ ਨਹੀਂ ਪੈਣੀ ਕਿਸਾਨਾਂ ਦੇ ਵਿੱਚ। ਚੰਡਾ ਸਿੰਘ ਜੀ, ਬਾਰ-ਬਾਰ ਸਵਾਲ ਪਹਿਲਾਂ ਵੀ ਆਉਂਦੇ ਆ, ਇਹੀ ਵਾਰ ਆਉਂਦੇ ਆ ਕਿ ਵੀ ਕਿਹਾ ਜਾਂਦਾ ਹੈ ਕਿ ਫਲਾਣੀ ਕਿਸਾਨ ਜਥੇਬੰਦੀ ਨਕਸਲੀਆਂ ਨਾਲ ਹੈ ਜੀ, ਫਲਾਣੀ ਖਾਲਿਸਤਾਨੀਆਂ ਨਾਲ ਹੈ ਜੀ, ਫਲਾਣੀ ਸੱਜਿਆਂ ਨਾਲ ਹੈ, ਫਲਾਣੀ ਖੱਬਿਆਂ ਨਾਲ ਹੈ। ਇੱਦਾਂ ਦਾ ਪ੍ਰਚਾਰ ਲਗਾਤਾਰ ਕੀਤਾ ਜਾਂਦਾ ਹੈ ਕਿ ਜੀ ਹੁਣ ਕਿਸਾਨ ਨੇਤਾ ਨਹੀਂ ਰਹੇ, ਇਹ ਤਾਂ ਅੰਦੋਲਨ ਚਲਾ ਰਿਹਾ, ਆਪਣੀ ਲੀਡਰਸ਼ਿਪ ਚੌਧਰ ਜਮਾ ਰਿਹਾ। ਕੱਲ ਨੂੰ ਪੰਜਾਬ 'ਚ ਚੋਣਾਂ ਆਉਣਗੀਆਂ ਤੇ ਉੱਥੇ ਚੋਣਾਂ ਲੜਨਗੇ, ਇਹਨਾਂ ਦੀ ਅੱਖ ਤਾਂ ਚੋਣਾਂ ਤੇ ਹੈ। ਦੇਖੋ ਜਿਹਨੇ ਦੋਸ਼ ਲਾਉਣੇ, ਜਿਹਨੇ ਦੋਸ਼ ਲਾਉਣਾ ਜਿੰਨੇ ਮਰਜ਼ੀ ਲਾਈ ਜਾਵੇ,
ਜੀ ਜਿੰਨੇ ਕਿਸਾਨ ਹੈ ਉਹ ਸਾਰੀ ਵਿਚਾਰਧਾਰਾ ਨਾਲ ਸੰਬੰਧਿਤ ਹੋਣਗੇ। ਜਿੰਨੇ ਵੀ ਕੋਈ ਵਿਚਾਰਧਾਰਾ ਹੈਗੀ, ਅੱਡੋਡੀ ਪਾਰਟੀਆਂ ਦੀ ਵੀ ਹੈਗੀਆਂ, ਨਕਸਲੀਆਂ ਦੀ ਕਹਿ ਲਓ, ਖਾਲਿਸਤਾਨੀਆਂ ਦੀ ਕਹਿ ਲਓ, ਜਿੰਨੇ ਵੀ ਕੋਈ ਵਿਚਾਰ ਹੈ ਉਹ ਸਾਰੇ ਇੱਥੇ ਹੈਗੇ ਆ। ਜਿੱਥੋਂ ਤੱਕ ਹੈਗਾ ਵੀ ਇਹ ਕੋਈ ਇਸ ਕਿਸਮ ਦਾ ਬਣਾ ਕੇ ਮੁੜ ਕੋਈ ਪੰਜਾਬ 'ਚ ਜਾ ਕੇ ਕੋਈ ਸਰਕਾਰ ਬਣਾਉਣਾ ਚਾਹੁੰਦੇ ਹੈ, ਦੂਜੇ ਕੋਈ ਆਪਦੇ ਸੀਟਾਂ 'ਚ ਕੋਈ ਇਸ ਕਿਸਮ ਦਾ ਦਾ ਲਾਉਣਾ ਚਾਹੁੰਦੇ ਹੈ। ਸੰਯੁਕਤ ਮੋਰਚੇ ਦਾ ਐਲਾਨ ਕੀਤਾ ਹੋਇਆ ਹੈ। ਸਾਨੂੰ ਕੋਈ ਵੀ ਉਦਾਹਰਨ ਦਿਖਾਓ ਜਦੋਂ ਦਾ ਅੰਦੋਲਨ ਚੱਲਿਆ ਕਿਸੇ ਨੇ ਕਿਹਾ ਹੋਵੇ ਵੀ ਅਸੀਂ ਜਾ ਕੇ ਚੋਣਾਂ ਲੜਾਂਗੇ। ਉਹਨਾਂ ਨੇ ਕਿਹਾ ਪਹਿਲਾਂ ਅੰਦੋਲਨ ਜਿੱਤਣਾ, ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਦੀ ਆਪਦੀ ਵਿਚਾਰਧਾਰਾ ਕੋਈ ਜਿੱਥੇ ਮਰਜ਼ੀ ਜਾਵੇ। ਪਾਰਟੀ ਨੂੰ ਅਸੀਂ ਨੇੜੇ ਨਹੀਂ ਲੱਗਣ ਦਿੱਤਾ ਉਦੋਂ ਤੋਂ, ਤੇ ਕਿਸੇ ਵੀ ਆਗੂ ਦਾ ਇੱਥੇ ਹੁੰਦਾ ਬਿਆਨ ਨਹੀਂ ਜਿੰਨੇ ਵੀ ਇਹਦੇ ਵਿੱਚ ਸ਼ਾਮਲ ਹੈ ਕਿ ਕਿਸੇ ਨੇ ਵੀ ਕਿਹਾ ਹੋਵੇ ਹਾਂ ਅਸੀਂ ਤਾਂ ਭਾਈ ਚੋਣਾਂ ਲੜਾਂਗੇ ਜਾ ਕੇ ਜਾਂ ਫਲਾਣੇ ਦੀ ਸਪੋਰਟ ਕਰਾਂਗੇ। ਬਿਲਕੁਲ ਨਹੀਂ। ਜਿੰਨਾ ਚਿਰ ਇਹ ਮੋਰਚਾ ਚੱਲੂਗਾ, ਜਿੱਤ ਤੱਕ ਨਹੀਂ ਪਹੁੰਚਦਾ ਕੋਈ ਮਾਮਲਾ ਨਹੀਂ ਕਿਸੇ ਦੀਆਂ ਚੋਣਾਂ ਦਾ, ਕਿਸੇ ਵੀ ਸਟੇਟ ਦੇ ਲੀਡਰਾਂ ਦਾ ਜਿੰਨੇ ਵੀ ਇਹਦੇ ਜੁੜੇ ਹੋਏ ਹੈ। ਠੀਕ ਹੈ, ਉਦੋਂ ਬਾਅਦ ਵੀ ਕੋਈ ਵਿਚਾਰਧਾਰਾ ਹੈਗੀ ਹੈ, ਉਹਨੇ ਆਪਦੀ ਵਿਚਾਰਧਾਰਾ ਲਾਗੂ ਕਰਨੀ ਹੁੰਦੀ ਹੈ। ਇੱਥੇ ਅਸੀਂ ਇਕਮਤਾਂ ਚੋਣ ਵਾਲੇ ਮਾਮਲੇ ਤੇ ਵੀ। ਜੀ ਮਿਹਰਬਾਨੀ ਚੰਨਾ ਸਿੰਘ ਜੀ। ਬਲਦੇਵ ਭਾਈ ਰੂਪਾ ਜੀ, ਇਹ ਸਵਾਲ ਤੁਹਾਡੇ ਤੋਂ ਵੀ ਕਿ ਕਿਸਾਨ ਜਥੇਬੰਦੀਆਂ ਬਾਰੇ ਏਕੇ ਦੀ ਬਹੁਤ ਵੱਡੀ ਗੱਲ ਹੈਗੀ ਹੈ ਕਿ ਕਿਸਾਨ ਜਥੇਬੰਦੀਆਂ ਏਕਾ ਰੱਖ ਕੇ ਚੱਲ ਸਕਣਗੀਆਂ। ਔਰ ਜਿਹੜੀ ਗੱਲ ਚੰਡਾ ਸਿੰਘ ਜੀ ਨੇ ਕਹੀ ਹੈ, ਮੈਂ ਕਹਾਂਗਾ ਇੱਕ ਪੰਜਾਬ ਦੀ ਕਾਂਗਰਸ ਦਾ ਪਾਰਲੀਮੈਂਟ ਮੈਂਬਰ ਹੈ, ਉਹਨੇ ਕੁਝ ਆਗੂਆਂ ਦਾ ਨਾਮ ਲੈ ਕੇ ਕਿਹਾ ਜੀ ਉਹਨੇ ਤਾਂ ਫਲਾਣੀ ਪਾਰਟੀ ਨਾਲ ਸੰਬੰਧ ਹੈ ਜੀ, ਕੇਜਰੀਵਾਲ ਨਾਲ ਸੰਬੰਧ ਹੈ, ਇਹ ਤਾਂ ਚੋਣਾਂ ਲੜਨਾ ਚਾਹੁੰਦੇ ਹੈ। ਕਿ ਇਹ ਸਾਰਾ ਕੁਝ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਜਿਹੜੇ ਹਮਾਇਤੀ ਆ ਜਿਹੜੇ ਤੁਹਾਡੇ ਸ਼ੁਭ ਚਿੰਤਕ ਹੈ, ਉਹ ਤਵੱਕੋ ਰੱਖਦੇ ਆ ਕਿ ਕਿਸਾਨ ਏਕਤਾ ਬਣੀ ਰਹੇਗੀ। ਬਿਲਕੁਲ ਜੀ, ਬਿਲਕੁਲ। ਜਿਹੜਾ ਹੈਗਾ ਕਿਸਾਨ ਨੇਤਾ ਬਣੀ ਰਹੇਗੀ। ਸਾਡਾ ਗ੍ਰਿਪ ਆ ਪੂਰਾ। 4.5 ਮਹੀਨੇ ਹੋ ਗਏ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ, ਤੇ ਇਹਦੇ ਹੋਰ ਸਬੂਤ ਦੇਣ ਦੀ ਸਿੱਧੂ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਲੋੜ ਹੈਗੀ ਆ। ਇਹ ਸਾਨੂੰ ਖਾਲਿਸਤਾਨੀ ਕਹੀ ਜਾਂਦੇ ਆ, ਇਹ ਸਾਨੂੰ ਪਾਕਿਸਤਾਨੀ ਕਹੀ ਜਾਂਦੇ ਆ, ਇਹ ਸਾਨੂੰ ਨਕਸਲਗੇ ਕਹੀ ਜਾਂਦੇ ਆ, ਇਹ ਸਾਨੂੰ ਚੀਨੀ ਕਹੀ ਜਾਂਦੇ ਆ, ਜੋ ਮਰਜ਼ੀ ਕਹੀ ਜਾਣ ਜੀ। ਇਹ ਸਾਡਾ ਏਕਾ ਮਜ਼ਬੂਤ ਆ, ਪੂਰਾ ਤੂਤ ਦੀ ਛਟੀ ਵਰਗਾ ਵੀ ਇਹਨੂੰ ਕੋਈ ਹਿਲਾ ਨਹੀਂ ਸਕਦਾ। ਇਹਨੂੰ ਇਸ ਗ੍ਰਿਪ ਨੂੰ ਕੋਈ ਹਿਲਾ ਨਹੀਂ ਸਕਦਾ। ਉਹਨਾਂ ਚਿਰ ਬਣਿਆ ਰਹਿਣਾ ਜਿੰਨਾ ਚਿਰ ਜਿਹੜੇ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਆ ਰੱਦ ਨਹੀਂ ਹੁੰਦੇ, MSP ਦੀ ਗਰੰਟੀ ਨਹੀਂ ਹੁੰਦੀ। ਇਹਦੇ ਵਿੱਚੋਂ ਕੋਈ ਵੀ ਕਿਸਾਨ ਨੇਤਾ ਸਾਨੂੰ ਬਹੁਤ ਸਤਿਕਾਰਯੋਗ ਆ, ਮੇਰੇ ਸਾਰੇ ਕਿਸਾਨ ਨੇਤਾ ਨੇ ਜਿੰਨੇ, ਉਹਨਾਂ ਦੇ ਵਿੱਚ ਇਹੋ ਜਿਹੀ ਇਹ ਗੋਦੀ ਮੀਡੀਆ ਕਹਿ ਲਓ, RSS ਵਾਲੇ ਕਹਿ ਲਓ, ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਨਿਕਲ ਰਹੀਆਂ। ਸਾਡੀ ਇੱਕਜੁੱਟਤਾ ਕਰਕੇ ਇਹ ਬਖਲਾਹਟ ਦੀਆਂ ਨਿਸ਼ਾਨੀਆਂ ਅਸਲ ਦੇ ਵਿੱਚ ਸਿੱਧੂ ਸਾਹਿਬ। ਇਹ ਜਦੋਂ ਕੋਈ ਪਾਰਟੀ, ਜਦੋਂ ਕੋਈ ਸਰਕਾਰ ਬਖਲਾਹਟ ਦੇ ਵਿੱਚ ਆਉਂਦੀ ਆ, ਉਦੋਂ ਫਿਰ ਇਹੋ ਜਿਹੇ ਜਿਹੜੇ ਹੈਗੇ ਆ ਬੇਤੁੱਕੇ ਜਿਹੜੇ ਹੈਗੇ ਆ ਇਲਜ਼ਾਮ ਲਾਉਂਦੀ ਆ। ਇਸ ਕਰਕੇ ਜਿਹੜਾ ਹੈਗਾ ਸਾਡਾ ਅੰਦੋਲਨ ਆ, ਜਿਹੜਾ ਮੈਂ ਫੇਰ ਕਹਿਣਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ। ਸਾਡੇ ਜਿਹੜੇ ਆਗੂ ਆ ਉਹ ਇੱਕ ਮਤ ਨੇ, ਉਹ ਕੋਈ ਵੀ ਕਿਸੇ ਦਾ ਦੂਸਰਾ ਨਹੀਂ। ਦੇਖੋ ਵਿਚਾਰ ਆ ਜਿਹੜੇ ਮੀਟਿੰਗਾਂ ਹੁੰਦੀਆਂ ਕਾਹਦੇ ਵਾਸਤੇ ਆ? ਵਿਚਾਰਾਂ ਵਾਸਤੇ ਮੀਟਿੰਗਾਂ ਹੁੰਦੀਆਂ। ਜਿੱਥੇ ਕਿਤੇ ਕੋਈ ਘਾਟ ਬਾਤ ਹੁੰਦੀ ਆ ਉਹ ਸਾਡੇ ਆਗੂ ਆ ਜਿਹੜੇ ਬੈਠ ਕੇ ਉਹਨੂੰ ਦੂਰ ਕਰ ਲੈਂਦੇ ਆ। ਇਸ ਕਰਕੇ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਕਿ ਮੋਦੀ ਸਰਕਾਰ ਜਿੰਨੀਆਂ ਮਰਜ਼ੀ ਚਾਲਾਂ ਚੱਲ ਲੇ, ਜਿੰਨੇ ਮਰਜ਼ੀ ਸਾਡੇ ਤੇ ਦੇ, ਜਿੰਨਾ ਮਰਜ਼ੀ ਸਾਨੂੰ ਡਰਮਾ ਧਮਕਾ ਲਵੇ, ਇਹ ਮੋਰਚਾ ਜਿਹੜਾ ਹੈਗਾ ਇਹ ਪੱਟਣ ਵਾਲਾ ਨਹੀਂ। ਸਾਡੇ ਜਿਹੜੇ ਹੈਗੇ ਆ ਪੱਕੇ ਘਰ ਆ ਜਿਹੜੇ ਅਸੀਂ ਬਣਾ ਲਏ ਨੇ। ਇੱਥੋਂ ਟਿਕਰੀ ਬਾਰਡਰ ਤੋਂ 25-30 ਕਿਲੋਮੀਟਰ ਤੱਕ ਜਿਹੜਾ ਹੈਗਾ ਸਾਡਾ ਲੰਮਾ ਜਾਮ ਲੱਗਿਆ ਹੋਇਆ, ਰੋਹਤਕ ਰੋਡ, KMP ਰੋਡ ਤੱਕ। ਸੋ ਇਸ ਕਰਕੇ ਇਹ ਸਰਕਾਰ ਮਤ ਸੋਚੇ ਕਿ ਇਹਨੂੰ ਕਿਸੇ ਡੰਡੇ ਦੇ ਜ਼ੋਰ ਨਾਲ, ਇਹਨੂੰ ਕਿਸੇ ਬੰਦੂਕ ਦੇ ਜ਼ੋਰ ਨਾਲ ਇਹਨੂੰ ਡਰਾ ਧਮਕਾ ਕੇ ਚੁਕਾਇਆ ਜਾਊਗਾ। ਬਿਲਕੁਲ ਨਹੀਂ ਚੱਕਿਆ ਜਾਣਾ ਜੀ। ਇਹ ਓਨਾ ਚਿਰ ਰਹੂਗਾ। ਸਾਡਾ ਇਤਿਹਾਸ ਆ, ਚਾਹੇ ਪਗੜੀ ਸੰਭਾਲ ਜੱਟਾ ਚਾਚਾ ਅਜੀਤ ਸਿੰਘ ਵਾਲਾ ਹੋਵੇ ਜਿਨ੍ਹਾਂ ਨੇ 9-9 ਮਹੀਨੇ ਲੜਾਈ ਲੜੀ ਆ, ਚਾਹੇ ਸਾਡੇ ਭਗਤ ਸਰਾਭਿਆਂ ਦਾ ਹੋਵੇ, ਚਾਹੇ ਗੁਰੂ ਗੋਬਿੰਦ ਸਿੰਘ ਦਾ ਹੋਵੇ। ਇਹ ਜਿਹੜਾ ਘੋਲ ਆ ਇਹ ਜਿੱਤੇ ਤੋਂ ਬਿਨਾ ਉਦੋਂ ਉਰੇ ਵਾਲੀ ਨਿੱਕੀ ਮੋਟੀ ਗੱਲ ਕੋਈ ਵੀ ਨਹੀਂ ਹੈਗੀ ਜੀ। ਜਿਹੜਾ ਸਵਾਲ ਸਮੇਂ ਦੇ ਲਿਹਾਜ਼ ਲੈਣਾ ਚਾਹਾਂਗਾ ਕਿ ਤੁਸੀਂ ਪੱਕੇ ਗੱਲ ਕੀਤੀ ਹੈ। ਜਿੱਦਾਂ ਦੀਆਂ ਪ੍ਰਸਥਿਤੀਆਂ, ਜਿੱਦਾਂ ਦਾ ਮੌਸਮ, ਗਰਮੀ, ਮੱਛਰ, ਬਿਮਾਰੀਆਂ, ਬਾਰਿਸ਼ਾਂ, ਇਹ ਸਾਰੇ ਕੁਝ ਦੇ ਬਾਵਜੂਦ ਇਸ ਦੇ ਟਾਕਰੇ ਦੇ ਲਈ ਤੁਸੀਂ ਕਿਹੋ ਜਿਹੇ ਇੰਤਜ਼ਾਮ ਕਰ ਰਹੇ ਆ? ਕਿਉਂਕਿ ਆਉਣ ਵਾਲਾ ਜਿਹੜਾ ਮੌਸਮ ਚੱਲ ਵੀ ਸਕਦਾ ਹੈ। ਦੇਖੋ ਪ੍ਰਬੰਧ ਸਾਰੇ ਹੋ ਰਹੇ ਆ। ਪਹਿਲਾਂ ਠੰਡ ਵਾਲੇ ਸੀਗੇ, ਉਹ ਪ੍ਰਬੰਧ ਹੋਏ ਸੀ। ਜਦੋਂ ਅਸੀਂ ਉਹ ਮਾਘ ਦੀਆਂ ਰਾਤ ਵਿੱਚ ਕਣਕਾਂ ਨੂੰ ਪਾਣੀ ਲਾ ਕੇ ਬਰਫ਼ ਵਰਗੇ ਪਾਣੀ ਦੇ ਵਿੱਚ ਵੜ ਸਕਦੇ ਆ,
ਤੇ ਮਈ ਜੂਨ ਦੀਆਂ ਧੁੱਪਾਂ ਦੇ ਵਿੱਚ ਜਾ ਕੇ ਅਸੀਂ ਖੇਤਾਂ ਦੇ ਵਿੱਚ ਕੰਮ ਕਰ ਸਕਦੇ ਹਾਂ। ਤੇ ਇੱਥੇ ਬੈਠ ਕੇ ਸਾਨੂੰ ਕੋਈ ਮੱਛਰ ਭਜਾ ਲੂਗਾ, ਕੋਈ ਗਰਮੀ ਸਾਨੂੰ ਡਰਾ ਦੂਗੀ, ਇਹਦਾ ਕੋਈ ਮਤਲਬ ਨਹੀਂ। ਇੰਤਜ਼ਾਮ ਸਾਰੇ ਪਹਿਲਾਂ ਜਿਹੜੇ ਸਿਆਲ ਵਾਲੇ ਸੀ ਉਹ ਹੋ ਰਹੇ ਆ, ਹੁਣ ਜਿਹੜੇ ਗਰਮੀਆਂ ਵਾਲੇ ਸੀ ਤਕਰੀਬਨ ਪੱਖਿਆਂ ਕੂਲਰਾਂ ਦਾ ਪ੍ਰਬੰਧ ਜਿਹੜਾ ਉਹ ਪੂਰਾ ਹੋ ਚੁੱਕਿਆ। ਤੇ ਸੋ ਸਾਡੇ ਜਿਹੜੇ ਕਿਸਾਨ ਨੇ, ਜਿਹੜੇ ਮਜ਼ਦੂਰ ਨੇ, ਇਹ ਜਨ ਅੰਦੋਲਨ ਆ, ਕਿਸਾਨ ਅੰਦੋਲਨ ਨਹੀਂ, ਪੂਰੀ ਤਰ੍ਹਾਂ ਡਟੇ ਹੋਏ ਆ। ਤੇ ਮੈਂ ਤੁਹਾਨੂੰ ਦਿਖਾਊਂਗਾ ਕੱਲ ਨੂੰ ਜਾਂ ਕਿਤੇ ਸਟੇਜ ਦੀਆਂ ਜਿਹੜੀਆਂ ਝਲਕਾਂ ਗਈਆਂ ਸਾਡੀਆਂ, ਵੀ ਕਿੰਨੇ ਹੌਸਲੇ ਬੁਲੰਦ ਨੇ ਸਾਡੇ ਬਜ਼ੁਰਗਾਂ ਦੇ ਵਿੱਚ, ਸਾਡੇ ਬੱਚਿਆਂ ਦੇ ਵਿੱਚ, ਸਾਡੀਆਂ ਮਾਵਾਂ ਭੈਣਾਂ ਦੇ ਵਿੱਚ। ਐ ਪੂਰੀ ਦ੍ਰਿੜਤਾ ਦੇ ਨਾਲ ਆ। ਜਦੋਂ ਅਸੀਂ ਇੱਧਰੋਂ ਸਟੇਜ ਵੱਲ ਨੂੰ ਜਾਂਦੇ ਹਾਂ, ਸਾਡੇ ਕੁੜਤੇ ਖਿੱਚ ਖਿੱਚ ਕੇ ਸਾਡੀਆਂ ਮਾਵਾਂ ਭੈਣਾਂ, ਸਾਡੇ ਕਿਸਾਨ ਵੀਰ ਇਹ ਕਹਿੰਦੇ ਆ ਵੀ ਦੇਖਿਓ ਕਿਤੇ ਕੋਈ 19-21 ਗੱਲ ਨਾ ਹੋ ਜੇ। ਇਹ ਮੋਰਚਾ ਹਰ ਹਾਲਤ ਜਿੱਤਿਆ ਹੋਣਾ ਚਾਹੀਦਾ। ਅਸੀਂ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਜੀ। ਕਹਿੰਦੇ ਨੂੰ ਪਰਮਾ ਹੰਗਾਰਾ ਮਿਲਦਾ ਹੈ। ਦੁਨੀਆ ਭਰ 'ਚ ਬੈਠੇ ਦਰਸ਼ਕ ਵੀ ਤੁਹਾਨੂੰ ਸਾਰਿਆਂ ਨੂੰ ਸੁਣ ਰਹੇ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਦਾ ਜ਼ਿਕਰ ਹੋ ਰਿਹਾ ਹੈ, ਕਿਧਰੇ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਜਿਹੜਾ ਹੁਣ ਨਵਾਂ ਇੱਕ ਟ੍ਰੈਂਡ ਸ਼ੁਰੂ ਹੋਇਆ ਹੈ, ਕਿਸਾਨ ਮਹਾਂ ਪੰਚਾਇਤਾਂ, ਵੱਡੀਆਂ ਰੈਲੀਆਂ, ਕਿਤੇ ਬਰਨਾਲਾ 'ਚ ਹੋਗੀ, ਕਦੇ ਬਟਾਲਾ 'ਚ ਹੋਗੀ, ਕਦੇ ਹੋਰ ਕਿਸੇ ਹਿੱਸੇ 'ਚ ਹੋਗੀ। ਇਹਦੇ ਨਾਲ ਇੱਕ ਇਹ ਵੀ ਸਵਾਲ ਉੱਠ ਰਿਹਾ ਕਿ ਲੱਗਦਾ ਨਹੀਂ ਕਿ ਇਹਦੇ ਨਾਲ ਜਿਹੜਾ ਦਿੱਲੀ ਵੱਲ ਦਾ ਰੁਝਾਨ ਹੈ ਥੋੜਾ ਕਿਵੇਂ ਦੇਖਦੇ, ਜਾਂ ਇਹ ਜ਼ਰੂਰੀ ਹੈ ਜਿਹੜੀਆਂ ਮਹਾਂ ਪੰਚਾਇਤਾਂ ਹੋ ਰਹੀਆਂ? ਪ੍ਰੋਫੈਸਰ ਮਨਜੀਤ ਸਿੰਘ ਜੀ, ਦੇਖੋ ਦੋਵੇਂ ਪਾਸੇ ਹੀ ਆ। ਜਦੋਂ ਕੋਈ ਮੀਟਿੰਗਾਂ ਲਗਾਤਾਰ ਨਹੀਂ ਸੀ ਹੁੰਦੀਆਂ, ਕਿਸਾਨਾਂ ਦਾ ਰੁਝਾਨ ਹੋ ਗਿਆ ਕਿ ਆਪਾਂ ਥੱਲੇ ਵੱਡੀਆਂ ਵੱਡੀਆਂ ਰੈਲੀਆਂ ਕਰਕੇ ਲੋਕਾਂ ਨੂੰ, ਜਿਹੜੇ ਉੱਥੇ ਸਾਰੇ ਤੇ ਨਹੀਂ ਜਾ ਸਕਦੇ ਨਾ ਕਿਰਾਇਆ, ਜਿਹੜੇ ਵੀ ਸਾਡਾ ਭਾਈਚਾਰਾ ਜਾਂ ਜਿਹੜੇ ਡੇਲੀ ਉਹ ਇੰਨੀਆਂ ਬੱਸਾਂ, ਹੋਰ ਦਿਹਾੜੀ ਵੀ ਜ਼ਿਆਦਾ ਦਿਹਾੜੀਆਂ ਨਹੀਂ, ਟਾਈਮ ਨਹੀਂ ਦੇ ਸਕਦੇ, ਤਾਂ ਉਹਨਾਂ ਨੂੰ ਇਸ ਸਾਰੀ ਗੱਲ ਦੇ ਵਿੱਚ ਸ਼ਾਮਲ ਕਰ ਲਈ। ਇਹ ਰੈਲੀਆਂ ਦੀ ਬੜੀ ਅਹਿਮ ਭੂਮਿਕਾ ਰਹੀ ਹੈ। ਉੱਥੇ ਅੱਗੇ ਕਿਉਂਕਿ ਬੈਠੇ ਹੀ ਸੀਗੇ ਸਾਰੇ ਲੋਕ ਸੱਜਣ, ਗੱਲ ਕੋਈ ਰੋਜ਼ ਜਦੋਂ ਨਵੀਂ ਨਾ ਹੋਵੇ। 26 ਜਨਵਰੀ ਹੁਣ 22 ਜਨਵਰੀ ਨੂੰ ਲਾਸਟ ਮੀਟਿੰਗ ਸੀ, ਤੇ ਹੁਣ ਅੱਜ ਦੇਖੋ ਅਪ੍ਰੈਲ ਜਿਹੜਾ 17 ਹੋ ਗਿਆ। ਤੇ ਕੁਦਰਤੀ ਆ ਉੱਥੇ ਇਕੱਲੇ ਬੈਠਣ ਨਾਲੋਂ ਸਾਰੇ ਦੇਸ਼ ਦੇ ਵਿੱਚ ਪੱਛਮੀ ਬੰਗਾਲ ਤੋਂ ਲੈ ਕੇ ਕੇਰਲਾ ਤੱਕ ਕਿਸਾਨਾਂ ਨੇ, ਵਿੱਚੇ ਰਾਜਸਥਾਨ, ਮੱਧ ਪ੍ਰਦੇਸ਼, ਸਾਰੀ ਜਗ੍ਹਾ, ਗੁਜਰਾਤ ਤੱਕ ਮੈਸੇਜ ਆਪਣਾ ਪਹੁੰਚਾਇਆ। ਪੰਜਾਬ 'ਚ, ਹਰਿਆਣੇ 'ਚ, ਯੂਪੀ 'ਚ ਵੱਡੀਆਂ ਮਹਾਂ ਪੰਚਾਇਤਾਂ ਹੋਈਆਂ। ਉਹਦੇ ਨਾਲ ਇੱਕ ਜੋਸ਼ ਵੀ ਵਧਿਆ, ਇੱਕ ਫੈਲਾਅ ਵੀ ਹੋਇਆ, ਔਰ ਸਾਰੇ ਲੋਕਾਂ ਦੇ ਵਿੱਚ ਇੱਕ ਆਪਸਾ ਵੀ ਬਹੁਤ ਗੁਣਾ ਵਧਿਆ ਹੈ। ਪਰ ਇੱਕ ਗੱਲ ਇੱਥੇ ਜ਼ਰੂਰ ਹੈਗੀ ਆ ਕਿ ਜਿੱਥੇ ਸਾਡੀ ਮੋਰਚਾਬੰਦੀ ਹੈਗੀ, ਜੇ ਉੱਥੇ ਅਸੀਂ ਉਸ ਨੂੰ ਕਮਜ਼ੋਰ ਕਰ ਦਿਆਂਗੇ ਜਾਂ ਬੇਧਿਆਨਾ ਕਰ ਦਿਆਂਗੇ, ਤਾਂ ਫਿਰ ਸਾਨੂੰ ਉਹਦਾ ਥੋੜਾ ਨੁਕਸਾਨ ਹੋ ਸਕਦਾ। ਇਸ ਲਈ ਜੋ ਹੁਣ ਅਸੀਂ ਇੱਥੇ ਮੋਬਿਲਾਈਜੇਸ਼ਨ ਕਰਨੀ ਸੀ ਉਹ ਕਰ ਲਈ, ਚੰਗੀ ਗੱਲ ਆ। ਇੱਥੋਂ ਨਿਕਲ ਕੇ ਹੁਣ ਫਿਰ ਸਾਨੂੰ ਉਸੇ ਮੋੜ ਦੇ ਉੱਤੇ, ਖਾਸ ਕਰਕੇ ਜਿਹੜਾ ਪਾਰਲੀਮੈਂਟ ਵੱਲ ਮਾਰਚ ਕਰਨਾ ਆ ਮਈ ਦੇ ਮਹੀਨੇ, ਜਿਹਦੀਆਂ ਕੋਈ ਨਾ ਕੋਈ ਫੈਸਲਾ ਸੋਲਿਡ ਲਿਆ ਜਾਊਗਾ, ਉਹਦੀ ਪੂਰੀ ਤਿਆਰੀ, ਭਰਵੀਂ ਤਿਆਰੀ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਉਹਦੇ ਦਬਾਅ ਥੱਲੇ ਆ ਕੇ ਸਰਕਾਰ ਵੀ ਕੁਝ ਮੀਟਿੰਗਾਂ ਵੀ ਸੱਦੂਗੀ ਔਰ ਕੁਝ ਨਾ ਕੁਝ ਆਪਣੀ ਵੱਲੋਂ ਪ੍ਰਪੋਜ਼ਲ ਵੀ ਲੈ ਕੇ ਆਊਗੀ। ਹਾਂਜੀ ਸਿੱਧੂ ਸਾਹਿਬ ਜੀ। ਬਲਦੇਵ ਸਿਰਸਾ ਜੀ, ਆਖਰੀ ਸਵਾਲ ਤੁਹਾਡੇ ਤੋਂ। ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਿਹਾ, ਚਾਹੇ ਪਾਰਲੀਮੈਂਟ ਦੇ ਘਿਰਾਓ ਦੀ ਗੱਲ ਹੈ, ਇੱਦਾਂ ਬਲਦੇਵ ਭਾਈ ਰੂਪਾ ਉਹਨਾਂ ਨੇ ਕਿਹਾ ਅਗਲੇ ਦਿਨਾਂ 'ਚ ਹੋਰ ਵੀ ਜਿਹੜੇ ਵੱਡੇ ਦਿਨ ਮਨਾਏ ਜਾਣਗੇ, ਵੱਡੇ ਇਕੱਠ ਹੋਣਗੇ। ਇਸ ਅੰਦੋਲਨ 'ਚ ਜਿੱਦਾਂ ਔਰਤਾਂ ਦੀ ਭੂਮਿਕਾ ਹੈ, ਕਿ ਵੀ ਸਵਾਲ ਉੱਠਦਾ ਹੈ ਕਿ ਬਾਕੀ ਸਾਰੇ ਵਰਗਾਂ ਦੀ ਭੂਮਿਕਾ, ਜੋ ਭੂਮਿਕਾ ਹੈ, ਨੌਜਵਾਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਦੀ ਸ਼ਮੂਲੀਅਤ ਕਿੰਨੀ ਕੁ ਹੈ? ਕਿ ਪਹਿਲਾਂ ਦੀ ਤਰ੍ਹਾਂ ਹੀ ਉਤਸ਼ਾਹ, ਜਾਂ ਨੌਜਵਾਨਾਂ ਦਾ ਉਤਸ਼ਾਹ ਕੋਈ ਮੱਠਾ ਪਿਆ ਅੱਗੇ ਨਾਲੋਂ? ਬਲਦੇਵ ਸਿਰਸਾ ਜੀ। ਬਿਲਕੁਲ ਸਿੱਧੂ ਸਾਹਿਬ, ਕੋਈ ਨੌਜਵਾਨਾਂ ਦੇ ਵਿੱਚ ਕੋਈ ਜੋਸ਼ ਮੱਠਾ ਨਹੀਂ ਪਿਆ। ਨੌਜਵਾਨ ਪੂਰੇ ਉਤਸ਼ਾਹ ਨਾਲ, ਪੂਰੇ ਜੋਸ਼ ਨਾਲ ਔਰ ਹੋਸ਼ ਰੱਖ ਕੇ ਉਹ ਸਾਡੇ ਨਾਲ ਚੱਲ ਰਹੇ ਨੇ। ਮੈਂ ਇੱਥੇ ਹੁਣ ਪੰਜਾਬ ਆਇਆ ਹੋਇਆ ਇਸ ਟਾਈਮ ਤੇ, ਮੈਂ ਨਾਲ ਹੀ ਬੈਠਾ, ਔਰ ਨੌਜਵਾਨ ਬਹੁਤ ਗਿਣਤੀ ਵਿੱਚ ਮਿਲ ਰਹੇ ਨੇ। ਜਿਨ੍ਹਾਂ ਲੋਕਾਂ ਨੂੰ ਪਤਾ ਲੱਗ ਰਿਹਾ ਉਹ ਮੇਰੇ ਕੋਲ ਆ ਵੀ ਰਹੇ ਨੇ, ਮਿਲ ਵੀ ਰਹੇ ਨੇ, ਔਰ ਟੈਲੀਫੋਨ ਤੇ ਵੀ ਗੱਲ ਕਰਦੇ ਨੇ। ਤੇ ਹੁਣੇ ਮੈਨੂੰ ਚੰਡੀਗੜ੍ਹ ਤੋਂ ਵੀ ਫੋਨ ਜਿਹੜੇ ਸੀ ਉਹ ਆ ਰਹੇ ਸੀ, ਨੌਜਵਾਨਾਂ ਦੇ, ਜਿਹੜੇ ਉੱਥੇ ਰੋਜ਼ ਜਿਹੜੇ ਨੇ ਉਹ ਰੋਸ ਵਿਖਾਵੇ ਕਰਦੇ ਨੇ। ਨੌਜਵਾਨਾਂ ਦੇ ਵਿੱਚ ਜੋਸ਼ ਮੱਠਾ ਪੈਣ ਵਾਲੀ 1% ਵੀ ਕੋਈ ਗੱਲ ਨਹੀਂ ਹੈ ਕਿ ਬਹੁਤ ਚੜ੍ਹਦੀ ਕਲਾ 'ਚ ਨੇ। ਪੂਰਾ ਉਹਨਾਂ ਦਾ ਜੋਸ਼ ਹੈ ਉਹਨਾਂ ਦੇ ਵਿੱਚ, ਔਰ ਜੋਸ਼ ਦੇ ਨਾਲ ਨਾਲ ਉਹਨਾਂ ਨੇ ਅੱਜ ਤੱਕ ਹੋਸ਼ ਨੂੰ ਵੀ ਕਾਇਮ ਰੱਖਿਆ। ਉਹਨਾਂ ਨੇ ਸਾਡੇ ਘਰ ਤੋਂ ਬਾਹਰ ਨਹੀਂ ਗਏ। ਤੁਹਾਨੂੰ ਪਤਾ ਹੈ ਕਿ ਜਦੋਂ ਵੀ ਰਾਤ ਨੂੰ ਵੀ ਜਦੋਂ ਮੈਂ ਕਈ ਵਾਰ ਫਿਰਦਾ ਜਾਂ ਦਿਨੇ ਵੀ ਅਸੀਂ ਰਾਉਂਡ ਲਾਉਂਦੇ ਆ, ਹੁਣ ਪਰਸੋਂ ਜੋ ਦਿਨ ਅੱਗ ਲੱਗੀ ਹੈ ਉਸ ਟਾਈਮ ਤੇ ਤੁਸੀਂ ਨੌਜਵਾਨ ਉੱਥੇ ਕਿੰਨੀ ਗਿਣਤੀ ਵਿੱਚ ਸਨ, ਤੇ ਕਿਸ ਤਰ੍ਹਾਂ ਨੌਜਵਾਨਾਂ ਨੇ ਉਹ ਅੱਗ ਤੇ ਕਾਬੂ ਪਾਇਆ?
कोई उन्हां दे विच कोई इस तरह दे कोई हौसला जिहड़ा वो पिछे नहीं हटिया, पूरी गिनती च ने। और सानू नौजवानों ते माण है, अपनियां धीआं ते अपनियां भैणां ते सारिआं ते साडे जिहड़े बजुर्ग वीर ने उन्हां ते खास करके नौजवानों ते पूरी दृढ़ता नाल साडे नाल ने, बहुत गिनती च ने। उन्हां दा इक्को एक कहना है कि वेखिओ किते जित्तिया बिना किते ढिल्ली गल ना किते कर जाओ। और असीं उन्हां नूं विश्वास दिवाउने आ भी ये संघर्ष तिन्ने कानून रद्द करा के MSP पूरे भारत कानून के तहत लागू करा के अते ये जिहड़ा बिजली सोध बिल आ रहा सी वो भी ये सारा पराली के संबंध बड़े कानून ये रद्द करा के। और वो असीं तो उन्होंने ये गल कहने आ कि इत्थों तो साडी एक शुरुआत होनी है, इहदे नाल ये नहीं हैगा कि सब कुछ साडा सब अच्छा हो जाना, क्योंकि MSP तो पहला भी हैगी सी। सो असी इन्हां चीज़ां नूं लैके जदों एक कानून नहीं सी उदों भी असी चलदे सां। सो असी उन्हां नूं ये गल विश्वास दवा रहे हां ते परवाह ना करो, असी ये जितने तो बड़ा नहीं। मेहरबानी, थैंक यू जस्सा जी। चंडा सिंह जी, आखिरी कमेंट अज दी जिहड़ी मैं जिद्दां कह रहा ग्लोबल पंजाब दी महापंचायत दे कमेंट्स जिहड़े गए चंडा सिंह जी तुहाडे कोलों, की तुहानूं लगदा जिद्दां दीयां परिस्थितियां जिद्दां बाकी सारे मेहमानां ने किसान आगूआं ने भी कहा कि जिते बगैर घरां नूं वापस जाण दा सवाल ही नहीं पैदा हुंदा, आखिरी कमेंट्स इस दे उत्ते चंडा सिंह जी तुहाडे मैं लेना चाहुंदा। ये तो जी पक्की है, जिन्ना तुसीं पहला सवाल किया भी कोई नौजवान घट गए कर गए, जे ये बरनाले का इकट्ठ है वो 2 लाख की गिनती है तो लगभग वो 40% नौजवान है। आई सारे थाई जिन्ने इकट्ठ है एडी वड्डी गिनती है, जनवरी 40% नौजवान लगातार सारे इकट्ठा जा रहे हैं। उदों आह जी तुसीं कह गए सी पार्लीमेंट का घराव है, देखो जो हजे तक संयुक्त मोर्चे ने फैसला किया है वो पैदल मार्च का है पार्लीमेंट वालों। घराव का ऐलान साडे कोल तां कोई आया नहीं, जो किसी ने बाहरों किसी चैनल वाले ने किसी ने मीडिया वाले ने कोई कहती होवे वो वखरी गल है। संयुक्त मोर्चे का हजे तक कोई फैसला नहीं भी पार्लीमेंट का घराव करना है, पैदल मार्च का फैसला है। दूजे छोटे माध्यम मैं कहनी चाहना, देखो ये जो अंदोलन है कले भारत का नहीं, हुण तां पूरी दुनिया का यह अंदोलन बनया है। जिथे भी कोई हिंदुस्तान के लोग बसते है, कोई यह जे मुल्क नूं ये गिणिया नहीं सकते। खास करके असीं कहांगे मोदी नूं जां भारतीय जनता पार्टी नूं, सानूं कोई वो देश गिणदा नहीं जिथे भारत के लोग बैठे है इन्हां दे खिलाफ मुजाहरे ना होए होण। पूरी दुनिया पद्धर दा पूरी मनुखता का यह घोल बनया होया है। मेहरबानी चंडा सिंह जी, थैंक यू वेरी मच। इहदे नाल मैं कहना चाहांगा जी 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 लैके जे मोदी नूं छेती छिटना है, कानून रद्द कराने हैं, MSP की गारंटी करानी है, वो शरीरक तौर पर अंदोलन दे विच शामिल होण। ठीक है, 4 दिनों के कोई हाड़ी की गल हैगी, उस तो बाद फिर रैला ही होना है। ओके, थैंक यू वेरी मच। नजरिया जी डिबेट किसान महापंचायत चौन वाले किसान आगुआं दा मैं अपने सारे दर्शकों वालों धन्नवादी है। और दर्शकों के लिए स्नेहा है, किसान आगुआं दी महापंचायत का नजरिया तुहानूं पसंद आए तो तुसीं शेयर भी करियो ते आउण वाले समय च भी आपां तुहाडे सुझावां ते अमल करांगे। इन्हां मुद्दिआं ते आउण लई मैं तुहाडे सारिआं वालों सारे सीनियर किसानां आगुआं दा धन्नवादी हां ते इस दे नाल ही तुहाडे कोलों भी लवांगा इजाजत। सत श्री अकाल। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।